ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਪੰਜਾਬ ਵਿੱਚ ਭਗਵੰਤ ਮਾਨ ਸਰਕਾਰ ਅਤੇ ਕੇਂਦਰ ਦੇ ਲਾਏ ਗਵਰਨਰ ਵਿਚਕਾਰ ਇੱਟ ਖੜੱਕਾ ਸਿਖਰ ਤੇ ਪਹੁੰਚ ਗਿਆ। ਪਹਿਲੇ ਤਾਂ ਗਵਰਨਰ ਸਾਹਿਬ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਲਾਇਆ ਫਰੀਦਕੋਟ ਵਾਲੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਨਹੀਂ ਲੱਗਣ ਦਿੱਤਾ, ਵਗਾ ਕੇ ਮਾਰੀ ਫਾਈਲ ਪਰਾਂ। ਤੇ ਹੁਣ ਜਿਹੜਾ ਲੁਧਿਆਣੇ ਵਾਲੀ ਯੂਨੀਵਰਸਿਟੀ ਦਾ ਵਾਈਸ ਚਾਂਸਲਰ ਲੱਗਾ ਹੈ ਉਹਦੇ ਬਾਰੇ ਵੀ ਸਰਕਾਰ ਨੂੰ ਚਿੱਠੀ ਕੱਢ ਮਾਰੀ ਹੈ। ਆਖੇ ਕਿਹਨੂੰ ਪੁੱਛ ਕੇ ਲਾਇਆ ਇਹਨੂੰ ਵਾਈਸ ਚਾਂਸਲਰ ਮੈਂ ਆ ਤੇ ਮੈਨੂੰ ਤੇ ਪੁੱਛਿਆ ਹੀ ਕੋਈ ਨਹੀਂ, ਲਾਓ ਇਹਨੂੰ ਹੁਣੇ ਕੁਰਸੀਆਂ ਥੱਲੇ। ਇਸ ਸਰਕਾਰ ਦੀ ਅਥਾਰਟੀ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਇਕਬਾਲ ਨੂੰ ਸਿੱਧਾ ਚੈਲੰਜ ਸੀ। ਮਸਲਾ ਕਾਨੂੰਨੀ ਘੁੰਤਰਾਂ ਦਾ ਵੀ ਹੈ ਤੇ ਉਹਦੇ ਉੱਤੇ ਡਿਬੇਟ ਵੀ ਹੋ ਰਿਹਾ, ਪਰ ਅੱਜ ਅਸੀਂ ਇਹ ਗਵਰਨਰ ਅਤੇ ਮੁੱਖ ਮੰਤਰੀ ਜਾਂ ਸਰਕਾਰ ਵਿਚਲੇ ਰਿਸ਼ਤਿਆਂ ਬਾਰੇ ਗੱਲ ਕਰਨੀ ਚਾਹ ਰਹੇ ਹਾਂ। ਪਹਿਲੇ ਤਾਂ ਸਿਰਫ ਫੁੱਲਝੜੀ ਜੀ ਚੱਲਦੀ ਰਹਿੰਦੀ ਸੀ, ਫਿਰ ਪਟਾਕੇ ਸ਼ੁਰੂ ਹੋ ਗਏ। ਅਸੈਂਬਲੀ ਦਾ ਸਪੈਸ਼ਲ ਸੈਸ਼ਨ ਨਹੀਂ ਕਰਨ ਦਿੱਤਾ। ਵਿਰੋਧੀਆਂ ਵੀ ਕਿਹਾ ਯਾਰ 117 ਵਿੱਚੋਂ 92 ਹੋ ਤੁਸੀਂ, ਕਾਹਦਾ ਭਰੋਸੇ ਦਾ ਮਤਾ। ਫਿਰ ਬੰਬ ਚੱਲਣੇ ਸ਼ੁਰੂ ਹੋ ਗਏ। ਭਗਵੰਤ ਮਾਨ ਨੂੰ ਕਿਹਾ ਤੁਸੀਂ ਰਾਸ਼ਟਰਪਤੀ ਦੀ ਰਿਸੈਪਸ਼ਨ ਉੱਤੇ ਕਿਉਂ ਨਹੀਂ ਆਏ। ਉਹ ਭਾਈ ਅਗਲਾ ਗੁਜਰਾਤ ਗਿਆ ਸੀ ਗਰਬਾ ਵਗੈਰਾ ਕਰਨ। ਹੁਣ ਫੁੱਲ ਦੀਵਾਲੀ ਵਾਲੀ ਠੂਠਾ ਸ਼ੁਰੂ ਹੋ ਗਈ ਹੈ। ਦੋਵੇਂ ਪਾਸਿਓਂ ਇੱਕ ਦੂਜੇ ਵੱਲ ਚਿੱਠੀਆਂ ਵਾਲੀਆਂ ਮਿਜ਼ਾਈਲਾਂ ਹੀ ਚੱਲਣੀਆਂ ਸ਼ੁਰੂ ਹੋ ਗਈਆਂ ਨੇ। ਇਹ ਭੇੜ ਵੱਡਿਆਂ ਦਾ। ਗਵਰਨਰ ਨੇ ਚਿੱਠੀ ਲਿਖੀ ਕਿ ਵੀਸੀ ਨੂੰ ਕੱਢੋ। ਭਗਵੰਤ ਮਾਨ ਨੇ ਕਿਹਾ, ਭਗਵੰਤ ਮਾਨ ਦੇ ਸਟਾਈਲ 'ਚ ਸਮਝ ਲਓ ਵੀ ਤੂੰ ਨਹੀਂ ਬੋਲਦੀ, ਤੇਰੇ 'ਚੋਂ ਵੱਡੀ ਸਰਕਾਰ ਬੋਲਦੀ। ਫਿਰ ਅੰਗਰੇਜ਼ੀ ਪੰਜਾਬੀ ਵਾਲੀ ਲੜਾਈ ਪੈ ਗਈ ਹੈ। ਪੰਜਾਬੀ ਵਿੱਚ ਤੇ ਸੁਣਾਈਆਂ ਸੀ ਮੋਤੀਆਂ ਵਾਲੀ ਸਰਕਾਰ ਨੇ, ਮੋਤੀਆਂ ਵਾਲੀ ਜਾਂ ਭਗਤ ਸਿੰਘ ਸਟਾਈਲ ਪੱਗ ਵਾਲੀ ਸਰਕਾਰ ਨੇ। ਗਵਰਨਰ ਸਾਹਿਬ ਕਹਿੰਦੇ ਨੇ ਕਿ ਅੰਗਰੇਜ਼ੀ ਵਿੱਚ ਤੇ ਬੜੀ ਮਿੱਠੀ ਕਰਦੇ ਸੀ ਗੱਲ 5 ਸਫ਼ਿਆਂ ਦੀ। ਇੱਕ ਸਫ਼ੇ ਤੇ ਪੰਜਾਬੀ ਵਾਲੀ ਮਿਜ਼ਾਈਲ ਕਦੋਂ ਭੇਜੀ ਹੈ ਮੈਨੂੰ ਤੇ ਮਿਲੀ ਨਹੀਂ। ਜਦ ਤੱਕ ਤੁਸੀਂ ਇਹ ਡਿਬੇਟ ਦੇਖੋਗੇ ਪਤਾ ਨਹੀਂ ਉਹਨਾਂ ਨੂੰ ਮਿਜ਼ਾਈਲ ਮਿਲਦੀ ਹੈ ਕਿ ਨਹੀਂ, ਪਰ ਉਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਸਰਕਾਰ ਨੂੰ ਕਿਹਾ ਉਹ ਭਲਿਓ ਮਾਨਸੋ, ਮੈਂ ਕਾਨੂੰਨਦਾਨ ਹਾਂ, ਮੇਰੇ ਤੋਂ ਆ ਕੇ ਕਾਨੂੰਨ ਸਮਝ ਲਓ, ਮੈਥੋਂ ਬਿਨਾਂ ਤੁਸੀਂ ਵਾਈਸ ਚਾਂਸਲਰ ਨਹੀਂ ਲਾ ਸਕਦੇ। ਹੁਣ ਦੋਵੇਂ ਪਾਸੇ ਦੀਵਾਲੀ ਮਨਾਈ ਜਾ ਰਹੀ ਹੈ। ਸਰਕਾਰ ਕਹਿ ਰਹੀ ਹੈ ਗਵਰਨਰ ਸਾਡੇ ਕੰਮ ਵਿੱਚ ਦਖਲ ਦੇ ਰਿਹਾ, ਤੇ ਗਵਰਨਰ ਸਾਹਿਬ ਨੇ ਕਹਿ ਦਿੱਤਾ ਸਰਕਾਰ ਗਵਰਨਰ ਦੇ ਕੰਮ ਵਿੱਚ ਦਖਲ ਦੇ ਰਹੀ ਹੈ। ਇਹ ਗਵਰਨਰ ਤੇ ਸਰਕਾਰਾਂ ਦੇ ਰਿਸ਼ਤੇ ਕਿਉਂ ਜਿਹੇ ਹੁੰਦੇ ਨੇ, ਸਾਡੀ ਡੈਮੋਕ੍ਰੇਸੀ ਲਈ ਇਸ ਜਿਹੜੀ ਲੜਾਈ ਦਾ ਠੂਠਾ ਦਾ ਕੀ ਮਹੱਤਵ ਹੈ, ਇਹ ਪੰਜਾਬ ਵਿੱਚ ਹੀ ਹੋ ਰਹੀ ਹੈ ਤੇ ਬਾਕੀ ਦੇ ਦੇਸ਼ ਵਿੱਚ ਇਹੋ ਜਿਹੀ ਦੀਵਾਲੀ ਸਮੇਂ-ਸਮੇਂ ਤੇ ਕਿਵੇਂ ਮਨਾਈ ਜਾ ਰਹੀ ਹੈ, ਇਸ ਸਭ ਬਾਰੇ ਗੱਲ ਕਰਨ ਲਈ ਅੱਜ ਸਾਡੇ ਨਾਲ ਜੁੜ ਰਹੇ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ। ਪ੍ਰੋਫੈਸਰ ਮੁਹੰਮਦ ਖਾਲਿਦ ਜੀ ਰਾਜਨੀਤਿਕ ਵਿਗਿਆਨ ਦੇ ਸ਼ੋਬੇ ਨਾਲ ਜੁੜੇ ਨੇ। ਸੂਬਾ ਸਰਕਾਰਾਂ ਤੇ ਉਹਨਾਂ ਦੇ ਗਵਰਨਰਾਂ ਵਿਚਕਾਰ ਜਿਸ ਕਿਸਮ ਦੀਆਂ ਛੋਟੀਆਂ ਤੇ ਵੱਡੀਆਂ ਲੜਾਈਆਂ ਹੁੰਦੀਆਂ ਰਹੀਆਂ ਨੇ, ਜਿਹੜੀਆਂ ਅੱਧੀ ਰਾਤ ਨੂੰ ਰਾਜ ਭਵਨਾਂ ਦੇ ਵਿੱਚ ਤੇ ਫਿਰ ਦਿਨ ਦਿਹਾੜੇ ਸੁਪਰੀਮ ਕੋਰਟ ਤੱਕ ਜਾਂਦੀਆਂ ਰਹੀਆਂ ਨੇ, ਉਹਨਾਂ ਦੇ ਨੇੜਿਓਂ ਗਵਾ ਰਹੇ ਨੇ। ਸਾਡੇ ਨਾਲ ਜੁੜ ਰਹੇ ਨੇ ਸੀਨੀਅਰ ਪੱਤਰਕਾਰ ਹਮੀਰ ਸਿੰਘ ਜੀ। ਹਮੀਰ ਸਿੰਘ ਜੀ ਨੇ ਪੰਜਾਬ ਦੇ ਵਿੱਚ ਗਵਰਨਰ ਤੇ ਸਰਕਾਰ ਦੇ ਵਿਚਕਾਰ ਇਸ ਜਿਹੜਾ ਇੱਟ ਖੜੱਕਾ ਹੈ ਇਸ ਨੂੰ ਇੱਕ ਲੰਬੇ ਸਮੇਂ ਤੋਂ ਦੇਖਿਆ, ਔਰ ਇਹਦੀ ਕਹਾਣੀ ਦਰਅਸਲ ਇਸ ਵਾਲੇ ਪੰਜਾਬ ਬਣਨ ਤੋਂ ਪਹਿਲਾਂ ਤੋਂ ਸਟਾਰਟ ਹੁੰਦੀ ਹੈ। ਹਾਲੇ ਅਜੇ ਪੈਪਸੂ ਸੀ ਜਿਸ ਵੇਲੇ ਇੱਟ ਖੜੱਕਾ ਸ਼ੁਰੂ ਹੋ ਗਿਆ ਸੀ, ਤੇ ਅੱਜ ਤੱਕ ਕਹਾਣੀ ਬਦਲ ਨਹੀਂ ਰਹੀ ਹੈ। ਹਮੀਰ ਸਿੰਘ ਜੀ, ਵਾਟ ਇਜ਼ ਦਾ ਰੀਜ਼ਨ? ਇਹ ਵੈਸੇ ਜਿਹੜੇ ਰਾਜਨੀਤਿਕ ਵਿਗਿਆਨ ਪੜ੍ਹਾਉਂਦੇ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਵਰਗੇ, ਉਹ ਤਾਂ ਸਾਨੂੰ ਇਹ ਦੱਸਦੇ ਨੇ ਵੀ ਦੇਸ਼ ਦੀ ਪਹਿਲੀ ਸਰਕਾਰ ਜਦੋਂ ਕੇਂਦਰ ਨੇ ਸੁੱਟੀ ਸੀ ਵਾਇਆ ਗਵਰਨਰ, ਤੇ ਉਹ ਖੱਬੇ ਪੱਖੀਆਂ ਦੀ EMS ਨਮੂਦਰੀ ਪਾਤ ਦੀ ਸਰਕਾਰ ਸੀ 67 ਵਿੱਚ। ਸੱਚੀ ਗੱਲ ਇਹ ਹੈ ਵੀ ਪਹਿਲੀ ਡੰਗ ਸਾਡੇ ਹੀ ਫਿਰੀ ਸੀ ਜਦੋਂ ਪੈਪਸੂ ਦੀ ਸਰਕਾਰ ਸੁੱਟੀ ਸੀ, ਤੇ ਉਹ ਤਾਂ 52 'ਚ ਹੀ ਸੁੱਟਦੀ ਸੀ ਸੁੱਖ ਨਾਲ ਨਹਿਰੂ ਸਾਹਿਬ ਨੇ, ਡੈਮੋਕ੍ਰੇਸੀ ਦੇ ਵੱਡੇ ਲੰਬਰਦਾਰ ਸਾਹਿਬ ਨੇ। ਇਹ ਜੋ ਅੱਜ ਹੋ ਰਿਹਾ ਹੈ ਇਹ ਕੀ ਫਰਕ ਹੈ? ਤੇ ਇੱਥੇ ਮੈਨੂੰ ਕਦੀ ਇਹ ਵੀ ਪੁੱਛਣ ਦਾ ਦਿਲ ਕਰਦਾ ਵੀ ਇਹ ਭਾਜਪਾ ਤੇ ਕਾਂਗਰਸ ਵਿੱਚ ਫਿਰ ਕੀ ਫਰਕ ਹੁੰਦਾ? ਅਸਲ ਦੇ ਵਿੱਚ ਫਰਕ ਕੁਝ ਨਹੀਂ, ਮੈਨੂੰ ਤਾਂ ਲੱਗਦਾ ਪਹਿਲਾਂ ਨਾਲੋਂ ਵੀ ਜ਼ਿਆਦਾ ਇਹ ਜਿਹੜਾ ਟਾਈਟ ਹੁੰਦੀ ਜਾ ਰਹੀ ਹੈ, ਲੜਾਈ ਵੀ ਜ਼ਿਆਦਾ ਹੋ ਰਹੀ ਹੈ, ਪਰ ਕੁਝ ਕਾਰਨਾਂ ਕਰਕੇ ਨਹੀਂ ਸੀ ਹੋਈ। ਜਿੰਨਾ ਚਿਰ ਕੇਂਦਰ ਦੇ ਵਿੱਚ ਪਿਛਲੇ ਵਿਚਾਰਲੇ ਲਗਭਗ 2.5-3 ਦਹਾਕੇ ਕੋਲੀਸ਼ਨ ਰਹੀਆਂ, ਜਿੰਨਾ ਚਿਰ ਸਿੰਗਲ ਪਾਰਟੀ ਨੂੰ ਉਸ ਲੈਵਲ ਦੀ ਮਾਨਤਾ ਨਹੀਂ ਮਿਲੀ ਕਿ ਤੁਸੀਂ ਜੋ ਮਰਜ਼ੀ ਕਰ ਸਕਦੇ ਹੋ, ਉਹਨਾਂ ਚਿਰ ਫਿਰ ਵੀ ਕਿਤੇ ਸਰਕਾਰਾਂ ਪਹਿਲਾਂ 356 ਲੱਗਦੀ ਸੀ ਆਮ ਤੌਰ ਤੇ, ਬਿਲਕੁਲ ਜਿਹੜੀ ਆਰਟੀਕਲ 356 ਪੰਜਾਬ ਨੇ ਉਹਦਾ ਖਮਿਆਜਾ ਸਭ ਤੋਂ ਜ਼ਿਆਦਾ ਭੁਗਤਿਆ। 10 ਸਾਲ ਗਵਰਨਰ ਰੂਲ ਪੰਜਾਬ 'ਚ ਰਿਹਾ 97 ਤੋਂ ਪਹਿਲਾਂ,
ਜੇ 97 ਤੋਂ ਪਹਿਲਾਂ ਦਾ ਪੀਰੀਅਡ ਦੇਖੀਏ ਤਾਂ 1/5 ਹਿੱਸਾ ਹੋ ਜਾਂਦਾ ਨਾ 2 ਵਾਰ, ਮਤਲਬ 87 ਤੋਂ 92 ਤੱਕ ਤਾਂ 5 ਸਾਲ ਹੀ ਰਿਹਾ, ਜਿਵੇਂ ਪੂਰਾ ਸਾਲ ਉਹਦਾ ਟੈਨਿਓਰ। ਉਦੋਂ ਪਹਿਲਾਂ ਵੀ ਲਗਾਤਾਰ ਇਹ ਸਰਕਾਰਾਂ ਟੁੱਟਦੀਆਂ ਆਫਟਰ ਦਰਬਾਰਾ ਸਿੰਘ ਅਸੀਂ ਤਾਂ ਬਿਨਾਂ ਸਰਕਾਰੀ ਰਹੇ, ਕਿਉਂਕਿ ਜਦੋਂ ਵਿਰੋਧੀ ਧਿਰ ਦੀ ਸਰਕਾਰ ਹੁੰਦੀ ਸੀ ਕਈ ਵਾਰ ਇਹ ਠੀਕ ਹੈ ਕਿ ਉਹਨਾਂ 'ਚ ਆਪਸ 'ਚ ਫੁੱਟ ਪੈਗੀ ਤਾਂ ਵੀ ਡਿੱਗ ਜਾਂਦੀ ਸੀ, ਕਈ ਵਾਰ ਜਿਵੇਂ ਅੱਜ ਕੱਲ੍ਹ ਵੀ ਤਾਂ ਫੁੱਟ ਪਵਾਈ ਜਾਂਦੀ ਹੈ ਨਾ, ਚਾਹੇ ਉਹ ਅਰੁਣਾਚਲ ਹੋਵੇ, ਚਾਹੇ ਉਹ ਕਰਨਾਟਕਾ ਹੋਵੇ, ਚਾਹੇ ਉਹ ਮੱਧ ਪ੍ਰਦੇਸ਼ ਹੋ, ਫੁੱਟ ਕਿਵੇਂ ਪੈਂਦੀ ਹੈ, ਚਾਹੇ ਉਹ ਮਹਾਰਾਸ਼ਟਰ ਹੋਵੇ, ਤੇ ਉਹਨਾਂ ਦਾ ਇੱਕ ਧੜਾ ਤੋੜ ਕੇ ਮੁੰਬਈ ਜਜਮੈਂਟ ਤੋਂ ਬਾਅਦ ਦੀਆਂ ਮਜਬੂਰੀਆਂ ਨੇ ਵੀ ਫੁੱਟ ਪਵਾਈ ਜਾਂਦੀ, ਉਸ ਤੋਂ ਪਹਿਲਾਂ ਤਾਂ ਚੰਗੇ ਨਹੀਂ ਸੀ ਲੱਗਦੇ ਤੇ ਕੱਢ ਦਿੰਦੇ ਸੀ ਅਗਲੇ। ਇਦੋਂ ਪਹਿਲਾਂ ਤਾਂ ਜਦ ਮਰਜ਼ੀ 356 ਤੁਸੀਂ ਇੱਕ ਗਵਰਨਰ ਦੀ ਰਿਪੋਰਟ ਲੈਂਦੇ ਸੀ ਤੇ ਉਸ ਨਾਲ ਉਹ ਨਿਕਲ ਜਾਂਦੀ ਸੀ। 1994 ਦੀ ਐਸਆਰ ਮੁੰਬਈ ਜਜਮੈਂਟ ਆਈ ਹੈ, ਥੋੜਾ ਜਿਹਾ ਫਰਕ ਪਿਆ ਉਹਦੇ ਨਾਲ, ਫਿਰ ਉਹ ਇੱਕ ਨਵਾਂ ਤਰੀਕਾ ਜਿਹੜਾ 356 ਦੱਸਦੀ ਹੈ ਪੰਜਾਬ ਦੇ ਲੋਕੀ ਆਸਤਾ ਸਾਰਾ ਸੰਵਿਧਾਨ ਪੜ੍ਹ ਰਹੇ ਨੇ, 295 ਪੜ੍ਹਾ ਛੱਡਿਆ ਇੱਕ ਸਾਡੇ ਗਾਇਕ ਨੇ, ਤੇ 356 ਜਿਹੜੀ ਆ ਉਹ ਵੀ ਇੰਜ ਹੀ ਪੜ੍ਹਦੇ ਨਹੀਂ ਲੋਕਾਂ ਨੇ। 356 ਉਹ ਧਾਰਾ ਸੰਵਿਧਾਨ ਦੀ ਜਿਹਦੇ ਵਿੱਚ ਗਵਰਨਰ ਕਿਸੇ ਸੂਬੇ ਦਾ, ਜਿਹੜਾ ਤੁਹਾਨੂੰ ਪਤਾ ਉਹਨੂੰ ਨਾ ਤੁਸੀਂ ਵੋਟਾਂ ਪਾਉਂਦੇ ਹੋ ਨਾ ਸੂਬੇ ਦੀ ਸਰਕਾਰ ਦਾ ਚੁਣਨ 'ਚ ਕੋਈ ਰੋਲ ਹੁੰਦਾ ਹੈ, ਕੇਂਦਰ ਦੇ ਵਿੱਚ ਬੈਠਾ ਡਾਢਾ ਆਦਮੀ ਆਪਣੀ ਮਰਜ਼ੀ ਦਾ ਗਵਰਨਰ ਲਾਉਂਦਾ, ਉਹ ਬੇਸਿਕਲੀ ਕੇਂਦਰ ਦਾ ਏਜੰਟ ਹੁੰਦਾ ਹੈ। ਇਹ ਉਹਨੂੰ ਮਾੜੇ ਤਰੀਕੇ ਵੀ ਕਿਹਾ ਜਾਂਦਾ, ਚੰਗੇ ਤਰੀਕੇ ਵੀ ਉਹੀ ਸਮਝਿਆ ਜਾਂਦਾ। ਉਹ ਇੱਕ ਚਿੱਠੀ ਲਿਖ ਦਿੰਦਾ ਵੀ ਸੂਬੇ 'ਚ ਸਰਕਾਰ ਠੀਕ ਤਰੀਕੇ ਨਾਲ ਨਹੀਂ ਚੱਲ ਰਹੀ, ਲੋਕਤੰਤਰਿਕ ਤਰੀਕੇ ਨਾਲ ਨਹੀਂ ਚੱਲ ਰਹੀ, ਵਗਾ ਕੇ ਪਰੇ ਮਾਰੋ, ਤੇ ਕੇਂਦਰ ਪਰੇ ਮਾਰ ਦਿੰਦਾ ਸੀ, ਇਕੱਠੀਆਂ ਤੋਕ ਦੇ ਭਾਵੀ ਸਰਕਾਰਾਂ ਸੁੱਟਦੇ ਰਹੇ ਜੀ। ਆਓ ਇਹਨੂੰ ਐਮਰਜੈਂਸੀ ਪਾਵਰ ਜੱਸੀ ਕਹਿੰਦਾ ਜੀ, ਗਵਰਨਮੈਂਟ ਆਫ ਇੰਡੀਆ ਕੋਲ ਐਮਰਜੈਂਸੀ, ਜਿਵੇਂ ਐਸਾ ਹਾਲਾਤ ਉਹ ਕਹਿੰਦੇ ਨੇ ਹਾਲਾਤ, ਕਦੇ ਲਾ ਐਂਡ ਆਰਡਰ ਦੇ ਨਾਂ ਤੇ ਕਿ ਇਹਨਾਂ ਤੋਂ ਲਾ ਐਂਡ ਆਰਡਰ ਨਹੀਂ ਸੁਧਰਿਆ, ਕਦੇ ਕੋਈ ਵੀ ਤੁਸੀਂ ਵਿੱਤੀ ਐਮਰਜੈਂਸੀ ਵੀ ਉਹਦੇ 'ਚ ਸ਼ਾਮਲ ਹੋ ਸਕਦੀ ਹੈ, ਜੋ ਮਰਜ਼ੀ ਚੀਜ਼ਾਂ ਲਾ ਕੇ ਤੇ ਤੁਸੀਂ ਹਟਾਉਂਦੇ ਰਹੇ। ਔਰ ਇਹਦੇ ਤੇ ਇਸ ਇੰਸਟੀਟਿਊਸ਼ਨ ਤੇ ਬਹਿਸ ਲਗਾਤਾਰ ਹੋਈ ਹੈ। ਪੰਜਾਬ ਦੇ ਮਾਮਲੇ ਦੇ ਵਿੱਚ ਹੀ ਜਦੋਂ ਲਗਾਤਾਰ ਧਰਮ ਜਦੋਂ ਮੋਰਚਾ ਲੱਗਿਆ, ਆਨੰਦਪੁਰ ਸਾਹਿਬ ਦਾ ਮਤਾ ਹੋਇਆ, 1988 ਸਰਕਾਰੀਆ ਕਮਿਸ਼ਨ ਬਣਿਆ, ਔਰ ਉਹ ਸਰਕਾਰੀਆ ਕਮਿਸ਼ਨ ਦੀ ਰਿਪੋਰਟ ਹੈ ਜਿਹੜੀ ਗਵਰਨਰ ਦੇ ਮਾਮਲੇ ਦੇ ਵਿੱਚ ਕਿ ਇਹਨੂੰ ਜੇ ਟਾਲਣਾ ਹੋਵੇ ਮਾੜਾ ਮੋਟਾ ਕਿਵੇਂ ਟਾਲਿਆ ਜਾਏ। ਕਿ ਹਾਲਾਂਕਿ ਕਾਂਸਟੀਚੂਐਂਟ ਅਸੈਂਬਲੀ ਦੇ ਵਿੱਚ ਵੀ ਸੰਵਿਧਾਨ ਘੜਨੀ ਸਭਾ 'ਚ ਵੀ ਤੇ ਬਹੁਤ ਡਿਬੇਟ ਹੋਈ ਹੈ, ਵੱਖ-ਵੱਖ ਲੀਡਰ ਬਹੁਤ ਲੀਡਰ ਇਹਦੇ ਖਿਲਾਫ ਸੀ ਐਸਾ ਐਂਗਲ। ਅੱਛਾ, ਅਸੀਂ ਡਿਬੇਟ ਇਦਾਂ ਕਰ ਰਹੇ ਜਿੱਦਾਂ ਤੱਤੇ ਤਾਂ ਲੜਾਈ ਹੋ ਗਈ ਹੈ ਭਗਵੰਤ ਮਾਨ ਤੇ ਬਨਵਾਰੀ ਨਾਲ, ਕੋਈ ਅੱਜ ਦਾ ਸਵਾਲ ਨਹੀਂ ਹੈ, ਉਦੋਂ ਦੇਖੋ ਲੜਾਈ ਦਾ ਇਤਿਹਾਸ ਹੀ ਕਿੱਡਾ ਗਹਿਰਾ ਪਿਆ, ਬਹੁਤ ਗਹਿਰਾ ਪਿਆ, ਸੰਵਿਧਾਨ ਬਣਨ ਤੋਂ ਪਹਿਲਾਂ ਹੀ ਬਹੁਤ ਗਹਿਰਾ ਪਿਆ ਹੈ ਕਿ ਕੀ ਗਵਰਨਰ ਕੇਂਦਰ ਦਾ ਨੁਮਾਇੰਦਾ ਹੋਏਗਾ ਜਾਂ ਕੇਵਲ ਸੰਵਿਧਾਨਕ ਮੁਖੀ ਹੋਏਗਾ, ਬਾਕੀ ਸਾਰਾ ਉਹਨੂੰ ਗਵਰਨਮੈਂਟ ਦੇ ਨਾਲ ਚੱਲਣਾ ਪਏਗਾ। ਔਰ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਚੱਲਦੇ ਜਦੋਂ ਇਹ ਤੋਂ ਬਾਅਦ ਆਇਆ, ਸਰਕਾਰੀਆ ਕਮਿਸ਼ਨ ਨੇ ਇਹ ਰਿਕਮੈਂਡੇਸ਼ਨ ਦਿੱਤੀ ਸੀ ਕਿ ਘੱਟੋ ਘੱਟ ਇੱਕ ਕੰਮ ਗਵਰਨਰ ਨੇ ਕਰ ਲੈਣਾ ਚਾਹੀਦਾ ਕਿ ਚੀਫ ਮਿਨਿਸਟਰ ਦੀ ਸਲਾਹ ਨਾਲ ਗਵਰਨਰ ਲੱਗਣਾ ਚਾਹੀਦਾ, ਲਾਉਣ ਦੀ ਕਮੇਟੀ ਬਣੇ, ਸੀਐਮ ਦੀ, ਮਤਲਬ ਤਾਂ ਕਿ ਇਹਨਾਂ 'ਚ ਟਕਰਾਅ ਨਾ ਹੋਵੇ, ਆਪਸਦਾਰੀ ਦੇ ਵਿੱਚ ਉਸ ਲੈਵਲ ਦਾ ਕੋਈ ਗੱਲ ਚੱਲਦੀ ਰਹੇ। ਔਰ ਮੈਨੂੰ ਤਾਂ ਲੱਗਦਾ ਕਿ ਆਪਣੀ ਪਾਰਟੀ ਦੇ ਵੀ ਚੀਫ ਮਿਨਿਸਟਰ ਨੂੰ ਕੋਈ ਨਹੀਂ ਪੁੱਛਦਾ ਲਾਉਣ ਲੱਗੇ, ਚਲੋ ਵਿਰੋਧੀ ਪਾਰਟੀ ਦੇ ਚੀਫ ਮਿਨਿਸਟਰ ਦਾ ਬਾਅਦ ਦੀ ਗੱਲ ਹੈ। ਇਹ ਤਾਂ ਇੱਕ ਪ੍ਰੈਸ ਬਿਆਨ ਆਉਂਦਾ, ਆਹ ਗਵਰਨਰ ਲਾ ਦਿੱਤੇ ਗਏ ਨੇ, ਇਕੱਠੇ ਲਾਈਨ 'ਚ ਹੀ ਲੱਗਦੇ ਨੇ। ਫਿਰ ਚਲਦੇ ਜਦੋਂ ਗਵਰਨਰ ਰੂਲ ਲੱਗ ਜਾਂਦਾ ਹੈ ਤੇ ਰਾਸ਼ਟਰਪਤੀ ਰਾਜ ਕਹਿੰਦੇ ਉਹਨੂੰ, ਆਪਾਂ ਵੈਸੇ ਤਾਂ ਗਵਰਨਰ ਵੀ ਉਹਦੇ ਤੇ ਤਾਕਤ ਇਸਤੇਮਾਲ ਕਰਦਾ ਉਹ ਸਾਰੇ, ਉਦੋਂ ਜਿਹੜੀ ਪਾਵਰ ਬਿਊਰੋਕ੍ਰੇਸੀ ਕੋਲ ਆ ਜਾਂਦੀ ਹੈ ਗਵਰਨਰ ਦੇ ਥਰੂ, ਗਵਰਨਰ ਜਿਸ ਤਰੀਕੇ ਦੇ ਨਾਲ ਰਾਜ ਕਰਦਾ ਉਹਦੇ ਨਾਲ ਐਡਮਿਨਿਸਟ੍ਰੇਸ਼ਨ ਤੇ ਓਵਰਆਲ ਕਿੰਨਾ ਅਸਰ ਪੈਂਦਾ ਹੈ, ਔਰ ਉਹ ਤੁਹਾਡਾ ਐਟੀਟਿਊਡ, ਤੁਹਾਡਾ ਕੰਮ ਕਰਨ ਦਾ ਵਿਵਹਾਰ, ਅਫਸਰੀ ਮੰਤਰੀ ਹੋ ਜਾਂਦਾ, ਉਹੀ ਮੰਤਰੀ ਹੋ ਜਾਂਦਾ, ਸਾਰੇ ਫੈਸਲੇ ਤੁਸੀਂ ਕਰਨ ਲੱਗਦੇ ਹੋ। ਪੰਜਾਬ ਦੇ ਸੰਦਰਭ ਵਿੱਚ ਤਾਂ ਇਹ ਬਹੁਤ ਪਰ ਹਮੀਰ ਜੀ ਤੁਸੀਂ ਥੋੜਾ ਜਿਹਾ ਮੈਨੂੰ ਹਮੀਰ ਜੀ ਤੇ ਮੈਨੂੰ ਲੱਗਦਾ ਥੋੜਾ ਜਿਹਾ ਤੇਜ਼ ਚੱਲ ਪਏ 356 ਇਹ ਜੋ ਅਸੀਂ ਦੇਖ ਰਹੇ ਹਾਂ ਸਾਹਮਣੇ, ਤੇ 356 ਤੇ ਅਜੇ ਲਾਈ ਨਹੀਂ ਹੈ ਤੇ ਆਲਮੋਸਟ ਇਦਾਂ ਹੀ ਲੱਗ ਰਿਹਾ। ਪ੍ਰੈਸ ਕਾਨਫਰੰਸ ਵੀ ਦੇਖ ਕੇ ਬਨਵਾਰੀ ਲਾਲ ਪੁਰੋਹਿਤ ਤਰ੍ਹਾਂ ਦੀ ਕੀ ਕਹਿੰਦੇ ਉਹਨਾਂ ਦੇ ਅੱਗੇ ਲਾਣਾ ਹੁੰਦਾ, ਯੋਰ ਐਕਸੀਲੈਂਸੀ, ਮਾਈ ਲਾਰਡਸ਼ਿਪ, ਜੋ ਵੀ ਲਾਣਾ ਜੀ। ਮੈਂ ਬੜੇ ਅਦਬ ਸਤਿਕਾਰ ਨਾਲ ਪੁੱਛ ਰਿਹਾ ਵੀ ਗਵਰਨਰੀ ਰਾਜ ਲੱਗ ਗਿਆ, ਕਿਉਂਕਿ ਕਾਨੂੰਨ ਤੇ ਉਹਨਾਂ ਦਾ ਹੀ ਚੱਲ ਰਿਹਾ। ਉਹਨਾਂ ਨੇ ਕਿਹਾ ਇਹ ਡਾਕਟਰ ਵਾਂਡਰ ਹੈਗੇ ਨੇ, ਬੜੇ ਵਧੀਆ ਡਾਕਟਰ ਨੇ, ਪੰਜਾਬ ਦੇ ਹੋ ਗਏ ਕਾਰਡੀਓਲੋਜਿਸਟ ਨੇ, ਇਹਨਾਂ ਨੂੰ ਵਾਈਸ ਚਾਂਸਲਰ ਲਾਣਾ ਚਾਹ ਰਹੀ ਹੈ ਸਰਕਾਰ, ਨਹੀਂ ਮੈਂ ਲਾਉਂਦਾ। ਆਓ ਤੁਹਾਨੂੰ ਸਾਰੇ ਕਾਨੂੰਨ ਪੜ੍ਹਾ ਦਿੰਦਾ, ਭਾਵੇਂ ਭਗਵੰਤ ਮਾਨ ਨਰੀ ਉਹਨਾਂ ਨੂੰ ਕਾਨੂੰਨ ਪੜ੍ਹਾ ਰਹੇ ਨੇ, ਹੁਣ ਚਿੱਠੀਆਂ ਲਿਖ ਉਹ ਭਗਵੰਤ ਮਾਨ ਨਰਾਂ ਨੂੰ ਕਿਤਾਬਾਂ ਖੋਲ ਪੜ੍ਹਾ ਰਹੇ ਨੇ। ਆਹ ਹੁਣ ਦੂਜਾ ਵਾਈਸ ਚਾਂਸਲਰ ਕਹਿੰਦੇ ਉਹ ਲਾ ਕਿੱਦਾਂ ਦਿੱਤਾ, ਮੇਰੇ ਤੋਂ ਪੁੱਛੇ ਬਿਨਾਂ, ਇਹਨੂੰ ਲਾਓ, ਤੇ ਫਿਰ ਰਾਜ ਕਿੱਦਾਂ ਚੱਲ ਰਿਹਾ? ਦੇਖੋ ਇਦਾਂ ਵਾਈਸ ਚਾਂਸਲਰ ਦੀ ਅਪਾਇੰਟਮੈਂਟ ਤਾਂ ਜਿਹੜੀ ਹੈਗੀ ਆ ਇੱਕ ਐਸਪੈਕਟ ਹੈ ਇਹਦਾ। ਇਨਫੈਕਟ ਸਾਡੇ ਸੰਵਿਧਾਨ ਦੇ ਵਿੱਚ ਸਭ ਤੋਂ ਕੰਟਰੋਵਰਸ਼ੀਅਲ ਅਗਰ ਕੋਈ ਪਦ ਪੋਜੀਸ਼ਨ ਰਹੀ ਹੈ ਉਹ ਗਵਰਨਰ ਦੀ ਹੈ, ਉਹ ਰਾਜਪਾਲ ਦੀ। ਗਵਰਨਰ ਦਾ ਰੋਲ, ਗਵਰਨਰ ਦੀਆਂ ਪੋਜੀਸ਼ਨਸ, ਪਾਵਰ, ਗਵਰਨਰ ਦਾ ਰਿਲੇਸ਼ਨਸ਼ਿਪ ਸੀਐਮ ਨਾਲ, ਇਹ ਹਮੇਸ਼ਾ ਕੰਟਰੋਵਰਸੀ ਚ ਰਿਹਾ। ਇਹ ਮੁਸ਼ਕਿਲ ਹੈ ਵੀ ਇਹ ਲਿਖਿਆ ਵੀ ਕਿਤੇ ਨਹੀਂ ਨਾ, ਕਿਉਂਕਿ ਗੱਲ ਇਹ ਹੈਗੀ ਹੈ ਜਿਸ ਵੇਲੇ ਸੰਵਿਧਾਨ ਸਭਾ ਦੇ ਵਿੱਚ ਇਹ ਬੈਠਕ ਚੱਲ ਰਹੀ ਸੀਗੀ, ਉੱਥੇ 3 ਪ੍ਰਪੋਜ਼ਲਸ ਆਈਆਂ ਕਿ ਗਵਰਨਰ ਨੂੰ ਵੀ ਜੀ ਇਲੈਕਟ ਕਰ ਲਓ ਲੋਕਾਂ ਤੋਂ। ਉਹ ਕਹਿੰਦੇ ਜੀ ਫਿਰ ਤਾਂ ਪੈਰਲਲ ਖੜਾ ਹੋ ਜਾਏਗਾ। ਕਹਿੰਦਾ ਜੀ ਜਿਹੜੀ ਵਿਧਾਨ ਸਭਾ ਹੈਗੀ ਉਹ ਇਲੈਕਟ ਕਰੇ, ਕਹਿੰਦਾ ਫਿਰ ਤਾਂ ਗਵਰਨਰ ਜੋੜ ਤੋੜ ਚ ਹੀ ਲੱਗਿਆ ਰਹੂਗਾ। ਤੇ ਫਿਰ ਅਲਟੀਮੇਟਲੀ ਹੋਇਆ ਕਿ ਸੰਵਿਧਾਨਕ ਢਾਂਚੇ ਦੇ ਵਿੱਚ ਫੈਡਰਲ ਸਟਰਕਚਰ ਵਾਸਤੇ ਸੈਂਟਰ ਕੋਲ ਜ਼ਿਆਦਾ ਪਾਵਰ ਚਾਹੀਦੀ ਹੈ, ਇਸ ਕਰਕੇ ਉਹਨਾਂ ਦਾ ਨੁਮਾਇੰਦਾ ਵੀ ਹੋਇਆ, ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੋ ਗਈ ਗਵਰਨਰ ਦੀ। ਹੁਣ ਗਵਰਨਰ ਕੋਲ 2 ਤਰ੍ਹਾਂ ਦੀਆਂ ਪਾਵਰਸ ਹੈ, ਇੱਕ ਤਾਂ ਹੈਗੀਆਂ ਕਨਸਟੀਟਿਊਸ਼ਨਲ ਪਾਵਰਸ ਜਿਹੜੀਆਂ ਕਿ 153 ਤੋਂ ਲੈ ਕੇ 161 ਤੱਕ ਦਿੱਤੀਆਂ ਹੋਈਆਂ। ਬਿਲਕੁਲ।
ਇੱਕ ਹੈਗੀਆਂ ਜਿਹਦੇ ਚ ਉਹਨੇ ਸਟੈਚੂਟਰੀ, ਸੱਦਾ ਦੇਣਾ ਹੈ ਵੀ ਕੌਣ ਆ ਕੇ ਕੌਣ ਸਰਕਾਰ ਆਏਗਾ, ਕਿਵੇਂ ਬਣਾਏਗਾ, ਬਣਾਏਗਾ, ਉਹਦੀ ਕੀ ਪਲੇਜਰ ਅਸੈਂਬਲੀ ਦਾ ਹੋਏਗੀ, ਸੈਸ਼ਨ ਕਿਦਾਂ ਬੁਲਾਇਆ ਸਾਰਾ ਜਾਏਗਾ, ਕੁਛ ਹੋਏਗਾ। ਬਿੱਲਾਂ ਨੂੰ ਉਹਨੇ ਹਾਂ ਦੂਸਰਾ ਕਰਨੀ ਹੁੰਦੀ ਹੈ। ਦੂਸਰਾ ਹੈਗੀਆਂ ਸਟੈਚੂਟਰੀ ਪਾਵਰਸ। ਜੀ ਸਟੈਚੂਟਸ ਜਿਹੜੇ ਹੈਗੇ ਆ, ਹਰ ਯੂਨੀਵਰਸਿਟੀ ਦੇ ਆਪਣੇ ਸਟੈਚੂਟ ਹੈ, ਆਪਣਾ ਇੱਕ ਆਪਣੇ ਕਾਨੂੰਨ ਬਣਾਏ ਹੋਏ ਕਾਨੂੰਨ ਨੇ, ਬਣਾਇਆ ਸਮਝ ਲਓ, ਹੋਇਆ, ਨਿਯਮ, ਜਿਹਦੇ ਮੁਤਾਬਕ ਉਹ ਵਿਧਾਨ। ਯੂਨੀਵਰਸਿਟੀ ਬਣਦੀ ਹੈ। ਉਹਦੇ ਵਿੱਚ ਅਗਰ ਗਵਰਨਰ ਚਾਂਸਲਰ ਹੈ ਤਾਂ ਐਜ਼ ਏ ਚਾਂਸਲਰ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਊਗਾ, ਉਹਦੇ ਵਿੱਚ ਕੋਈ ਵੀ ਕੁਝ ਨਹੀਂ ਕਰ ਸਕਦਾ। ਈਵਨ 1994 ਜਾਂ 97 ਦੇ ਵਿੱਚ ਸੁਪਰੀਮ ਕੋਰਟ ਦੀ ਇੱਕ ਜੱਜਮੈਂਟ ਹੈ ਕਿ ਜਿੱਥੇ ਤੱਕ ਗਵਰਨਰ ਇਹਦਾ ਵਾਈਸ ਚਾਂਸਲਰਾਂ ਦੀ ਅਪਾਇੰਟਮੈਂਟ ਦਾ ਸਵਾਲ ਹੈ, ਉਹਦੇ ਵਿੱਚ ਕਿਉਂਕਿ ਸਟੈਚੂਟਰੀ ਪਾਵਰ ਗਵਰਨਰ ਦੀ ਹੈ, ਇਸ ਕਰਕੇ ਗਵਰਨਰ ਨੂੰ ਤੁਸੀਂ ਬਾਹਮ ਰੋਡ ਕੇ ਡਿਫਰੈਂਸਸ ਹੈਗੇ ਨੇ ਵੱਖ-ਵੱਖ ਯੂਨੀਵਰਸਿਟੀਆਂ ਦੇ। ਪੀਏਯੂ ਦਾ ਜਿਹੜਾ ਐਕਟ ਆਪਣਾ ਹੈ, ਉਹਦੇ ਬੋਰਡ ਆਫ ਮੈਨੇਜਮੈਂਟ ਕੋਲ ਪਾਵਰਸ ਨੇ। ਕਈ ਜਗ੍ਹਾ ਤੇ ਕਈ ਸਟੇਟਾਂ ਦੇ ਮੈਂ ਉਹਦੀ ਬਰੀਕੀ ਚ ਕਾਨੂੰਨੀ ਬਰੀਕੀ ਦੇ ਵਿੱਚ ਨਹੀਂ ਜਾਣਾ ਪੈ ਰਿਹਾ, ਕਿਉਂਕਿ ਇੱਕ ਤੇ ਮਾਮਲਾ, ਇੱਕ ਤੇ ਸਬ ਝਗੜਾ ਹੈ ਤੇ ਇੱਕ ਸਬ ਜੁਡਿਸ ਹੈ, ਤੇ ਉਹ ਆਪਣਾ ਝਗੜਾ ਤੇ ਜੁਡੀਸ਼ੀਅਲ ਜਿਹੜੀ ਹੈ, ਸਬ ਜੁਡਿਸ ਤਾਂ ਨਹੀਂ ਹਜੇ ਹੋਇਆ, ਲੇਕਿਨ ਇਹ ਹੈਗਾ ਵੀ ਦੋਨੇ ਧਿਰਾਂ ਆਪਣੇ ਜਾਏ ਅਦਾਲਤ ਵਿੱਚ ਜਾਣਗੇ। ਦੇਖੋ ਦੀਵਾਲੀ ਤਾਂ ਮਨਾ ਹੀ ਲਈ, ਜਿੰਨੀ ਠੂਠਾ ਤਾਂ ਹੋ ਹੀ ਚੁੱਕੀ ਹੈ। ਜਦ ਜਾਣਗੇ ਸਬ ਜੁਡਿਸ ਹੋ ਜਾਏਗਾ, ਲੇਕਿਨ ਇਸ ਵੇਲੇ ਤਾਂ ਦੋਨਾਂ ਦੀ ਆਪਣੀ ਆਪਣੀ ਕਾਨੂੰਨੀ ਉਹ ਹੈ। ਉਹ ਸਰ ਸਬ ਜੁਡਿਸ ਤੋਂ ਪਹਿਲਾਂ ਰਾਜ ਤੇ ਬਦਲ ਗਿਆ ਨਾ। ਹੁਣ ਗਵਰਨਰ ਵਾਈਸ ਚਾਂਸਲਰ ਬਾਬਾ ਫਰੀਦ ਹੈਲਥ ਸਾਇੰਸਿਸ ਯੂਨੀਵਰਸਿਟੀ ਦਾ ਲਾਣਾ ਕਿਹਨੂੰ ਸੀ? ਸਰਕਾਰ ਦੀ ਮਨਸ਼ਾ ਸੀ, ਸਰਕਾਰ ਨੇ ਲਾ ਦਿੱਤਾ। ਗਵਰਨਰ ਦੀ ਮਨਸ਼ਾ ਸੀ, ਮੈਂ ਨਹੀਂ ਲੱਗਣ ਦੇਣਾ, ਅਗਲੇ ਨੇ ਨਹੀਂ ਲੱਗਣ ਦਿੱਤਾ। ਸੋ ਰਾਜ ਕਿਹਦਾ ਆ ਗਿਆ ਉਹ ਤੇ ਸਾਨੂੰ ਪਤਾ, ਮੋਤੀਆਂ ਵਾਲੀ ਸਰਕਾਰ ਦਾ ਕਿੰਨਾ ਕੁ ਉਹ ਤਾਂ ਸਾਹਮਣੇ ਦਿਸ ਰਿਹਾ। ਪਰ ਹਮੀਰ ਜੀ ਇਹ ਜਿਸ ਵੇਲੇ ਇਹਨਾਂ ਨੇ ਗੱਲ ਕੀਤੀ ਵੀ ਇਹ ਸਾਰੇ ਕਾਨੂੰਨ ਬਣੇ ਸੀਗੇ, ਇੱਕ ਪ੍ਰੋਬਲਮ ਇਹ ਹੈ ਵੀ ਗਵਰਨਰ ਕੋਲ ਇੱਕ ਪਾਵਰ ਹੈਗੀ ਹੈ ਕਿ ਹਰੇਕ ਕਾਨੂੰਨ ਜਿਹੜਾ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ, ਮੰਤਰੀ ਤੇ ਵਿਧਾਨ ਸਭਾ ਪਾਸ ਕਰ ਦੇਗੀ, ਗਵਰਨਰ ਨੇ ਉੱਤੇ ਮੋਹਰ ਲਾਣੀ ਹੈ। ਹੁਣ ਗਵਰਨਰ ਉਹਨੂੰ ਨਾ ਤੇ ਨਹੀਂ ਕਰ ਸਕਦਾ, ਇੱਕ ਵਾਰੀ ਨਾ ਕਰੇਗਾ ਦੁਬਾਰਾ ਆ ਜਾਏਗਾ, ਦੂਜੀ ਵਾਰੀ ਉਹ ਭਾਵੇਂ 4 ਦਿਨ ਬੈਠਾ ਰਹੇ, ਭਾਵੇਂ 40 ਦਿਨ ਬੈਠਾ ਰਹੇ, ਭਾਵੇਂ 4 ਸਾਲ ਬੈਠਾ ਰਹੇ, ਕਿਸੇ ਕਾਨੂੰਨ 'ਚ ਨਹੀਂ ਲਿਖਿਆ ਕਿ ਮਾਈ ਦਾ ਲਾਲ ਕਿੰਨੀ ਦੇਰ ਤੱਕ ਉਹਨੂੰ ਰੋਕ ਕੇ ਬੈਠਾ ਰਹੇਗਾ, ਤੇ ਉਹ ਰੋਕ ਕੇ ਬੈਠਾ ਰਹਿ ਸਕਦਾ। ਇਹ ਤੇ ਜ਼ਬਰਦਸਤ ਪਾਵਰ ਹੈ ਇਹਦਾ। ਗਵਰਨਰ ਚਾਹੇ ਤਾਂ ਕੋਈ ਕਾਨੂੰਨ ਹੀ ਨਾ ਪਾਸ ਹੋਣ ਦੇਵੇ, ਇਹ ਕਿਤੇ ਤਾਂ ਕੋਈ ਵਿਧੀ ਵਿਧਾਨ ਬਣਨਾ ਚਾਹੀਦਾ। ਨਹੀਂ, ਇਹ ਨਾਰਮਲ ਹਾਲਾਤ ਦੇ ਵਿੱਚ ਜਦੋਂ ਪੋਸਟਾਂ ਕਦੇ ਬਣੀਆਂ ਹੋਣਗੀਆਂ ਉਦੋਂ ਦਿਆਨਤਦਾਰੀ ਵੀ ਛੱਡ ਦਿੱਤੀ ਜਾਂਦੀ ਹੈ ਨਾ। ਬਹੁਤ ਬੰਦਿਆਂ ਤੇ ਵੱਡੀਆਂ ਪੋਸਟਾਂ ਵਾਲੇ ਬੰਦੇ ਸ਼ਾਇਦ ਠੀਕ ਕਰ ਰਹੇ, ਕਈ ਗੱਲਾਂ ਦੀ ਵਿਆਖਿਆ ਨਹੀਂ ਕੀਤੀ ਜਾਂਦੀ ਜਾਂ ਰੂਲ ਨਹੀਂ। ਜਿਵੇਂ ਹੁਣ ਹੈ ਕਿ ਗਵਰਨਰ ਕੋਲ ਇੱਕ ਰਾਈਟ ਵੀ ਹੈ ਕਿ ਕੁਝ ਕਾਨੂੰਨ ਐਸੇ ਨੇ ਜਿਹਨੂੰ ਜੇ ਉਹ ਚਾਹੇ ਕਿ ਦੇਸ਼ ਤੇ ਵੀ ਇੰਪੈਕਟ ਪਾਊਗਾ ਫਲਾਨਾ ਵੀ, ਉਹ ਰਾਸ਼ਟਰਪਤੀ ਨੂੰ ਭੇਜ ਦਿੰਦਾ, ਕੇਂਦਰ ਨੂੰ ਭੇਜੇਗਾ, ਹੈ ਨਾ। ਕੇਂਦਰ ਮਤਲਬ ਰਾਸ਼ਟਰਪਤੀ ਦੇ ਨਾਲ ਕੇਂਦਰ ਹੀ ਐਕਚੁਅਲੀ ਕੇਂਦਰ ਕੋਲ ਹੀ ਜਾਂਦਾ ਹੈ, ਜਿਹੜਾ ਹੋਮ ਮਿਨਿਸਟਰ ਅਮਿਤ ਸ਼ਾਹ ਜੀ ਨੇ ਪਾਸ ਕਰਨਾ ਅੰਤਿਮ, ਉਹੀ ਮੋਟੀ ਗੱਲ ਕਰੀਏ। ਇਟ ਮੀਨਸ ਇਹ ਨਹੀਂ ਹੈ ਕਿ ਗਵਰਨਰ ਤੇ ਪਾਬੰਦੀ, ਇੰਨਾ ਕਿ ਜਿਹੜੀ ਚੁਣੀ ਹੋਈ ਸਰਕਾਰ ਹੈ, ਜਿਹੜੀ ਸਟੇਟ ਦੇ ਦਾਇਰੇ ਦੇ ਵਿੱਚ ਜਿੰਨੇ ਵੀ ਕਾਨੂੰਨ ਨੇ, ਜਿਵੇਂ ਹੁਣ ਕਈ ਤਾਂ ਸਬਜੈਕਟ ਨੇ ਸਾਡੇ ਸਟੇਟ ਸੂਚੀ ਦੇ, ਜਿਹਦੇ ਸਟੇਟ ਹੀ ਕਾਨੂੰਨ ਬਣਾ ਸਕਦੀ ਹੈ, ਕੁਝ ਸਾਂਝੀ ਸੂਚੀ ਦੇ ਨੇ, ਕੰਕਰੈਂਟ ਲਿਸਟ ਜਿਹਨੂੰ ਆਪਾਂ ਕਹਿੰਦੇ, ਉਹਦੇ ਤੇ ਵੀ ਜੇ ਕੋਈ ਸਟੇਟ ਗਵਰਨਮੈਂਟ ਬਣਾਉਂਦੀ ਹੈ ਤਾਂ ਵੀ ਗਵਰਨਰ ਨੂੰ ਤਾਂ ਉਹਦੇ ਤੇ ਕਹਿ ਸਕਦਾ, ਮਤਲਬ ਉਹਨੂੰ ਅਪਰੂਵ ਕਰਨਾ ਚਾਹੀਦਾ। ਪਰ ਬਹੁਤੇ ਵਾਰ ਗਵਰਨਰ ਅੱਜ ਕੱਲ ਉਹ ਸਾਰੇ ਮਾਮਲਿਆਂ ਦੇ ਵਿੱਚ ਪੁਰਾਣੇ ਗਵਰਨਰ ਯਾਦ ਉੱਪਰ ਚਲੇ ਗਏ। SYLL ਵਾਲਾ ਜਿਹੜਾ ਕਾਨੂੰਨ ਸੀ, ਟਰਮੀਨੇਸ਼ਨ ਆਫ ਐਗਰੀਮੈਂਟਸ ਐਕਟ 2004 ਵਾਲਾ, ਇਹ ਤਾਂ ਸਾਰੇ ਦੇਸ਼ ਦੀ ਸਿਆਸਤ ਨੂੰ ਇਹਨੇ ਪ੍ਰਭਾਵਿਤ ਕਰਨਾ ਸੀਗਾ, ਸਾਰੇ ਕਾਨੂੰਨਾਂ ਨੂੰ ਪ੍ਰਭਾਵਿਤ ਕਰਨਾ ਸੀ, ਮਤਲਬ ਉਹਦਾ ਕਨਸਟੀਟਿਊਸ਼ਨਲ ਸਟਰਕਚਰ ਨੂੰ ਹੀ ਪ੍ਰਭਾਵਿਤ ਕਰ ਰਿਹਾ ਸੀ। ਉਹਦੇ 'ਚ ਦੋਨੋਂ ਧਿਰਾਂ, ਆਪੋਜੀਸ਼ਨ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਰੂਲਿੰਗ ਪਾਰਟੀ ਕੈਪਟਨ ਅਮਰਿੰਦਰ ਸਿੰਘ ਸਭ ਨਾਲ ਇਕੱਠੇ ਚਲੇ ਗਏ ਨੇ ਉੱਥੇ, ਤੇ ਗਵਰਨਰ ਸਾਹਿਬ ਨੇ ਸਾਈਨ ਕਰ ਦਿੱਤੇ ਨੇ। ਰਾਤ ਤੱਕ ਉਹਦੀ ਗਜ਼ਟਿੰਗ ਹੋ ਗਈ ਸੀ। ਤੇ ਅਸਲ 'ਚ ਗੱਲ ਹੀ ਤਾਂ ਬਣੀ ਕਿਉਂਕਿ ਪਹਿਲਾਂ ਐਡਜਸਟਮੈਂਟ ਕਰਕੇ ਅਸੀਂ ਆਹ ਕਰ ਰਹੇ ਹਾਂ, ਇੱਕ ਭਰੋਸੇ 'ਚ ਲੈ ਕੇ ਬੰਦਿਆਂ ਨੂੰ, ਤਾਂ ਇਹ ਕੰਮ ਚੱਲਦਾ। ਉਹ ਇੱਕ ਭਰੋਸੇ ਦੀ ਗੱਲ ਤੁਹਾਡੀ ਜੇ ਆਪਸ 'ਚ ਬਣੀ ਹੋਵੇ, ਜਦੋਂ ਭਰੋਸੇ ਦੀ ਗੱਲ ਨਹੀਂ ਹੋ ਰਹੀ, ਇਹਨਾਂ ਦੇ ਭਰੋਸਾ ਤਾਂ ਲਗਾਤਾਰ ਹੀ ਆਪਸ ਦੇ ਵਿੱਚ ਕੰਟਰਾਡਿਕਸ਼ਨ ਦਾ ਸਿਸਟਮ ਲਗਾਤਾਰ ਚੱਲ ਰਿਹਾ ਹੈ। ਔਰ ਸਭ ਤੋਂ ਬੜਾ ਕੁਐਸਚਨ ਇਹ ਹੈ ਕਿ ਇਹ ਨਾ ਤਾਂ ਟੋਟਲੀ ਫੈਡਰਲਿਜ਼ਮ ਦਾ ਕੁਐਸਚਨ ਹੈ, ਨਾ ਤਾਂ ਗਵਰਨਰ ਦੀ ਓਵਰਆਲ ਅਥਾਰਟੀ ਨੂੰ ਚੈਲੰਜ ਕਰਦੇ ਨੇ ਕਿ ਅਥਾਰਟੀ ਸਾਡੇ ਫੈਡਰਲ ਸਟਰਕਚਰ ਹੈ, ਸੈਂਟਰਲਾਈਜੇਸ਼ਨ ਆਫ ਪਾਵਰ ਹੈ। ਇਹ ਤਾਂ ਇਹ ਵੀ ਕਹਿੰਦੇ ਝਿਜਕ ਰਹੇ ਨੇ ਕਿ ਬੀਜੇਪੀ ਕਰਾ ਰਹੀ ਹੈ ਜਾਂ ਬਾਕੀ ਆ ਚਿੱਠੀ 'ਚ ਤੁਸੀਂ ਦੇਖੋ ਮਜਬੂਰ ਵੀ ਤੁਹਾਨੂੰ ਕੋਈ ਹੋਰ ਚੱਕ ਰਿਹਾ, ਉਹ ਕੌਣ ਚੱਕ ਰਿਹਾ, ਕੁਐਸਚਨ ਮਾਰਕ ਲਾਤਾ, ਉਹਦੇ ਪਿੱਛੇ ਨਹੀਂ ਕੀ ਕਰਦੇ, ਘੁੰਡ ਕੱਢ ਕੇ ਕਿਉਂ ਨੱਚ ਰਹੇ ਹੋ? ਪੋਲੀਟੀਕਲ ਬਿਆਨ ਹੈ ਤਾਂ ਪੋਲੀਟੀਕਲ ਦੇ ਦਿਓ ਨਾ, ਫਿਰ ਤਾਂ ਸਿੱਧਾ ਕੱਢ ਕੇ ਸਰਕਾਰ ਨੱਚ ਰਹੀ ਹੈ। ਹਾਂ, ਫਿਰ ਤਾਂ ਤੁਸੀਂ ਸਿੱਧਾ ਕਹੋ ਕਿ ਉੱਥੇ ਸੈਂਟਰਲ ਗਵਰਨਮੈਂਟ ਹੈ, ਉਹ ਰਾਜਾਂ ਦੀ ਸੰਘੀ ਕੁੱਟ ਰਹੀ ਹੈ, ਤੇ ਪਰ ਉਹਦੇ ਤੇ ਲੜਦੇ ਕਿਉਂਕਿ LG ਦਾ ਜਿਹੜਾ ਮਾਮਲਾ ਹੈ ਉੱਥੇ ਦਿੱਲੀ ਵਾਲੇ ਦਾ ਤਾਂ ਪਾਰਲੀਮੈਂਟ ਦੇ ਵਿੱਚ ਬੀਜੇਪੀ ਬਾਅਦ ਦੇ ਵਿੱਚ ਕਾਨੂੰਨ ਲਿਆਈ ਹੈ ਨਾ ਕਿ ਅਸਲ ਗਵਰਨਮੈਂਟ ਕੌਣ, ਉਹ ਤਾਂ ਸੁਪਰੀਮ ਕੋਰਟ ਤੋਂ ਵੀ ਉਹਨਾਂ ਨੇ ਕਲੀਅਰ ਕਰਾ ਲੈਣਾ ਵੀ ਪਾਵਰ ਜਿਹੜੀ ਨਹੀਂ ਕਰਾ ਲਿਆ, ਮੰਨ ਲਓ ਕਰਾ ਲੈਣ, ਉਸ ਤੋਂ ਬਾਅਦ ਉਹਨਾਂ ਨੇ ਲੈਜਿਸਲੇਟਿਵ ਕਰ ਦਿੱਤਾ। ਜਿਹੜੀ ਪੋਲੀਟੀਕਲ ਲੜਾਈ ਹੈ ਉਹ ਉੱਥੇ ਵੀ ਨਹੀਂ ਲੜ ਰਹੇ, ਉਹ ਤਾਂ ਲੜਨੀ ਚਾਹੀਦੀ ਸੀ ਨਾ। ਉਹ ਨਾ ਪੰਜਾਬ 'ਚ ਲੜੀ ਜਾ ਰਹੀ ਹੈ, ਚੁਣੀ ਹੋਈ ਗਵਰਨਮੈਂਟ ਤੁਹਾਡੀ, ਜਿੰਨੇ ਹੱਕ ਉਹਨੂੰ ਸੀਗੇ ਉਹ ਵੀ ਕਾਨੂੰਨ ਬਣਾ ਕੇ ਹੁਣ ਰੀਅਲ ਗਵਰਨਮੈਂਟ ਇੱਕ ਨੋਮੀਨੇਟਡ ਬੰਦਾ ਹੋ ਗਿਆ। ਇੱਕ ਮਾਮਲਾ ਕਾਨੂੰਨ, ਇਹ ਇੱਕ ਬਹੁਤ ਬੜਾ ਕੁਐਸਚਨ ਹੈ। ਇੱਕ ਮਾਮਲਾ ਕਾਨੂੰਨ ਦਾ, ਇੱਕ ਸੈਕਿੰਡ ਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ ਕਿ ਆਮ ਆਦਮੀ ਪਾਰਟੀ ਇਹਨੂੰ ਸਵਾਲ ਫੈਡਰਲਿਜ਼ਮ ਦਾ ਕਿਉਂ ਨਹੀਂ ਬਣਾ ਰਹੀ। ਇਹ ਬਾਕੀ ਦੀਆਂ ਵਿਰੋਧੀ ਪਾਰਟੀਆਂ ਕਿੰਨਾ ਕੁ ਇਹਨੂੰ ਫੈਡਰਲਿਜ਼ਮ ਦਾ ਸਵਾਲ ਬਣਾ ਰਹੀਆਂ ਨੇ, ਇਹ ਵੀ ਸਵਾਲ ਹੈ। ਤੇ ਗਵਰਨਰ ਆਪਣੀਆਂ ਪਾਵਰਾਂ ਤੋਂ ਬਿਨਾਂ
ਇਹ ਕਾਨੂੰਨਾਂ ਵਾਲੀਆਂ ਕੁੰਡੀਆਂ ਤੇ ਵਾਈਸ ਚਾਂਸਲਰ ਦੀਆਂ ਅਪਾਇੰਟਮੈਂਟਾਂ ਤੋਂ ਬਿਨਾਂ ਹੋਰ ਵੀ ਕੀ ਕਹਿ ਰਿਹਾ ਤੇ ਕਰ ਰਿਹਾ, ਇਹਦੇ ਬਾਰੇ ਵੀ ਗੱਲਬਾਤ ਜਾਰੀ ਰੱਖਾਂਗੇ ਆਫਟਰ ਦਿਸ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਜਿਹੜੀ ਗੁੱਥਮ ਗੁੱਥਾ ਸਰਕਾਰ ਭਗਵੰਤ ਮਾਨ ਦੀ ਹੋਰਾਂ ਦੀ ਹੋਈ ਪਈ ਹੈ ਗਵਰਨਰ ਬਨਵਾਰੀ ਲਾਲ ਪੁਰੋਹਿਤ ਹਰਾਂ ਦੇ ਨਾਲ, ਤੇ ਨਿੱਤ ਇੱਕ ਦੂਜੇ ਦੇ ਉੱਤੇ ਉਹ ਫੁੱਲ ਸੁੱਟਦੇ ਨੇ, ਫੁੱਲ ਚੜੀਆਂ ਨਹੀਂ ਹੈ ਇਹ, ਉਹ ਦੂਜੀਆਂ ਨੇ ਆਤਿਸ਼ਬਾਜ਼ੀਆਂ ਬੰਬਾਂ ਵਾਲੀਆਂ ਜਿਹਨਾਂ ਤੇ ਬੈਨ ਹੈ, ਨਹੀਂ ਹੋਣੀਆਂ ਚਾਹੀਦੀਆਂ ਪਰ ਹੋ ਰਹੀਆਂ ਨੇ। ਖੂਬ ਮਜ਼ਾ ਆ ਰਿਹਾ ਇਹਦੇ ਨਾਲ। ਸਾਡੇ ਨਾਲ ਡਿਬੇਟ ਵਿੱਚ ਨੇ ਪ੍ਰੋਫੈਸਰ ਮੁਹੰਮਦ ਖਾਲਿਦ ਜੀ ਤੇ ਹਮੀਰ ਸਿੰਘ ਜੀ। ਹਮੀਰ ਸਿੰਘ ਜੀ, ਇਹ ਦੱਸੋ ਵੀ ਜਿਸ ਵੇਲੇ ਤੇ ਦਿੱਲੀ ਵਿੱਚ ਲੜਾਈ ਹੋ ਜਾਂਦੀ ਹੈ, ਲੈਫਟੀਨੈਂਟ ਗਵਰਨਰ ਕੋਈ ਗੱਲ ਨਹੀਂ ਮੰਨਦਾ ਅਰਵਿੰਦ ਕੇਜਰੀਵਾਲ ਸਰਕਾਰ ਦੀ, ਉਹ ਉਹਨੇ ਕੁ ਦਿਨ ਜਾਂ ਉਹਨੇ ਕੁ ਘੰਟੇ ਉਹਨਾਂ ਨੂੰ ਫੈਡਰਲਿਜ਼ਮ ਯਾਦ ਆ ਜਾਂਦਾ, ਫਿਰ ਫਾਈਲ ਨਿਕਲ ਜਾਂਦੀ ਹੈ, ਫਿਰ ਫੈਡਰਲਿਜ਼ਮ ਦਬ ਜਾਂਦਾ। ਹੁਣ ਜਦੋਂ ਪੰਜਾਬ ਦੇ ਵਿੱਚ ਇਹ ਘਟਨਾ ਹੋਈ ਹੈ ਵਾਈਸ ਚਾਂਸਲਰ ਨੂੰ ਨਾਲ ਗਾਣ ਲਈ, ਬਲਕਿ ਪਹਿਲਾਂ ਜਦੋਂ ਉਹਨਾਂ ਨੇ ਕਿਹਾ ਵੀ ਅਸੈਂਬਲੀ ਸੈਸ਼ਨ ਅਸੀਂ ਸਪੈਸ਼ਲ ਤੁਹਾਨੂੰ ਨਹੀਂ ਸੱਦਣ ਦੇਣਾ, ਗਵਰਨਰ ਨੇ ਮਨਾ ਕਰ ਦਿੱਤਾ ਕਿ ਤੁਸੀਂ ਕਾਹਦਾ ਭਰੋਸੇ ਦਾ ਵੋਟ ਲੈਣਾ, ਕੋਈ ਤੁਹਾਡਾ ਕਿਤੇ ਕੋਈ ਆਪਰੇਸ਼ਨ ਲੋਟਸ ਨਹੀਂ ਹੈ, ਭਾਜਪਾ ਕੋਈ ਬੰਦੇ ਨਹੀਂ ਖਰੀਦ ਰਹੀ। ਇੱਕ ਤਰੀਕੇ ਨਾਲ ਇਹ ਇਧਰੋਂ ਵੀ ਪੋਲੀਟੀਕਲ ਸੀ ਤੇ ਉਧਰੋਂ ਵੀ ਪੋਲੀਟੀਕਲ ਸੀ। ਉਹ ਜਿਹੜਾ ਵਰਤਾਰਾ ਸੀ ਸਾਰਾ, ਤੇ ਫਿਰ ਉਸ ਤੋਂ ਬਾਅਦ ਬਕਾਇਦਾ ਸੈਸ਼ਨ ਬੁਲਾਇਆ ਵੀ ਗਿਆ ਏਜੰਡਾ ਦੱਸ ਕੇ। ਏਜੰਡਾ ਗਵਰਨਰ ਨੇ ਪੁੱਛਿਆ ਵੀ ਸਾਨੂੰ ਦਿਖਾਓ ਤੁਸੀਂ ਕੀ ਕਰੋਗੇ। ਹੁਣ ਇਹਦੇ ਤੇ ਵੀ ਇੱਕ ਵੱਡਾ ਸਵਾਲ ਬਣਦਾ ਸੀ ਕਿ ਤੁਸੀਂ ਸਰਕਾਰ ਦੀ, ਲੋਕਾਂ ਦੀ ਚੁਣੀ ਹੋਈ ਸਰਕਾਰ ਨੇ ਵਿਧਾਨ ਸਭਾ ਦੇ ਵਿੱਚ ਕੀ ਡਿਸਕਸ ਕਰਨਾ ਹੈ, ਗਵਰਨਰ ਸਾਹਿਬ ਤੋਂ ਪਹਿਲਾਂ ਕਿਉਂ ਪੁੱਛਣਾ ਪਏਗਾ ਕੇਂਦਰ ਦੇ ਨੁਮਾਇੰਦੇ ਤੋਂ, ਤੇ ਉਹ ਕਲੀਅਰ ਕਰੇਗਾ। ਉਹਦੇ ਤੇ ਵੀ ਫੈਡਰਲਿਜ਼ਮ ਦਾ ਨਹੀਂ ਬਣਾਇਆ। ਤੇ ਫਿਰ ਇਹ ਪ੍ਰੈਜ਼ੀਡੈਂਟ ਦ੍ਰੋਪਦੀ ਮੁਰਮੂ ਹੋਰਾਂ ਦੇ ਨਾਲ ਚਾਹ ਦਾ ਕੱਪ ਪੀਣ ਬਾਰੇ ਤੇ ਕੋਈ ਕਾਨੂੰਨ ਨਹੀਂ ਹੈਗਾ ਕਿ ਤੁਸੀਂ ਨਾਲ ਬਹਿਣਾ ਜਾਂ ਖੱਬੇ ਬਹਿਣਾ, ਸੱਜੇ ਬਹਿਣਾ, ਤੇ ਜੇ ਨਹੀਂ ਬੈਠੇ ਤੇ ਤੁਹਾਨੂੰ ਕਲਾਸ ਚੋਂ ਕੱਢਿਆ ਜਾਏਗਾ, 5 ਮਿੰਟ ਕਲਾਸ ਦੇ ਬਾਹਰ ਖੜਾ ਕੀਤਾ ਜਾਏਗਾ। ਆਲਮੋਸਟ ਇਹ ਗਵਰਨਰ ਸਾਹਿਬ ਨੇ ਕੀਤਾ। ਉਹਨਾਂ ਨੇ ਤੱਤੀ ਚਿੱਠੀ ਭਗਵੰਤ ਮਾਨ ਹੋਰਾਂ ਨੂੰ ਕੱਢੀ ਹੈ ਕਿ ਬਿਲਕੁਲ ਤੁਹਾਨੂੰ ਸ਼ੋਭਾ ਨਹੀਂ ਦਿੰਦਾ। ਉਹ ਇੱਕਦਮ ਹੈਡਮਾਸਟਰ ਵਾਲੀ ਚਿੱਠੀ ਸੀਗੀ, ਮੇਰਾ ਹੈਡਮਾਸਟਰ ਇਸ ਤੋਂ ਥੋੜੀ ਜਿਹੀ ਨਰਮ ਕੱਢਦਾ ਸੀਗਾ ਜਿਹੜੀ ਉਹਨਾਂ ਨੇ ਭਗਵੰਤ ਮਾਨ ਨੂੰ ਕੱਢੀ ਹੈ। ਤੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਬਿਆਨ ਦਿੱਤਾ ਵੀ ਡੈਮੋਕ੍ਰੇਸੀ ਖਤਮ ਹੋ ਚੁੱਕੀ ਹੈ ਦੇਸ਼ ਦੇ ਵਿੱਚੋਂ, ਜੋ ਗਵਰਨਰ ਸਾਹਿਬ ਨੇ ਕੀਤਾ। ਹਾਊ ਡੂ ਯੂ ਸੀ ਦਿਸ? ਨਹੀਂ, ਇਹਦੇ 'ਚ ਇੱਕ ਗੱਲ ਤਾਂ ਕਲੀਅਰ ਹੈ ਕਿ ਗਵਰਨਰ ਵੀ ਆਪਣੇ ਦਾਇਰੇ ਤੋਂ ਬਾਹਰ ਜਾ ਕੇ, ਜਦੋਂ ਤੁਸੀਂ ਪਬਲਿਕਲੀ ਕਈ ਗੱਲਾਂ ਕਰਦੇ ਹੋ, ਪਹਿਲਾਂ ਪਬਲਿਕਲੀ ਇੱਕ ਗੱਲ ਉਹਨਾਂ ਨੇ ਕੀਤੀ ਕਿ ਮੈਂ ਬਾਰਡਰ ਏਰੀਆ 'ਚ ਗਿਆ, ਜਿਹੜੇ ਅਫਸਰਾਂ ਨੂੰ ਮੈਂ ਸਮਝਾਉਂਦਾ ਕਿ ਕਿਵੇਂ ਲੜਨਾ ਨਸ਼ੇ ਦੇ ਖਿਲਾਫ, ਉਹਨੂੰ ਬਦਲ ਦਿੱਤਾ ਜਾਂਦਾ। ਹੋਮ ਮਿਨਿਸਟਰ, ਤਾਂ ਬੰਦਾ ਇਹ ਗਵਰਨਰ ਦਾ ਕੰਮ ਥੋੜੀ ਆ, ਇਲੈਕਟਡ ਗਵਰਨਮੈਂਟ ਦੇ ਵਿੱਚ ਵੀ ਗਵਰਨਰ ਜਾ ਕੇ ਇਹ ਗੱਲ ਕਰੇ ਜਾ ਕੇ। ਫਿਰ ਪਬਲਿਕਲੀ ਸਟੇਜ ਤੋਂ ਇਹ ਕਹਿਣ ਦੀ ਕੀ ਲੋੜ ਹੈ ਵੀ ਚੀਫ ਮਿਨਿਸਟਰ ਆਏ ਨਹੀਂ, ਪ੍ਰੋਟੋਕਾਲ ਨਹੀਂ ਮੰਨਿਆ, ਮੈਂ ਉਹਨੂੰ ਨਿੱਜੀ, ਇਹ ਗੱਲਾਂ ਗਵਰਨਰ ਇਹ ਪੋਲੀਟੀਕਲ ਸਟੇਟਮੈਂਟ। 5 ਮੰਤਰੀ ਉੱਥੇ ਗਏ ਨੇ ਉਹਦੇ ਬਿਹਾਫ ਤੇ ਗਏ ਨੇ, ਤੇ ਇਹ ਗੱਲਾਂ ਦਾ ਦਾਇਰਾ ਇੱਕ ਹੁੰਦਾ ਨਾ ਜਿਹੜਾ ਤੁਸੀਂ ਉਸ ਲੈਵਲ ਦੇ ਉੱਤੇ ਰੱਖਦੇ ਹੋ ਜੀ। ਤੇ ਹੁਣ ਵੀ ਜੇਕਰ ਗਵਰਨਰ ਨੂੰ ਪੁੱਛਿਆ, ਕੱਲ ਇੱਕ ਸਵਾਲ ਵੀ ਪੁੱਛਿਆ ਜੀ, ਇਹ ਸਵਾਲ ਪੁੱਛਿਆ ਕਿ 2 ਮਹੀਨੇ ਬਾਅਦ ਤੁਸੀਂ ਚਿੱਠੀ ਲਿਖੀ ਹੈ ਜਿਹੜਾ ਪੀਏਯੂ ਦੇ ਵਾਈਸ ਚਾਂਸਲਰ ਦੇ ਮਾਮਲੇ 'ਚ ਤਾਂ ਚਲੋ ਪਹਿਲਾਂ ਵਾਲੇ ਤਾਂ ਤੁਸੀਂ ਪਹਿਲਾਂ ਕਰਤਾ, ਕਹਿੰਦਾ ਮੈਨੂੰ ਪਤਾ ਹੀ ਨਹੀਂ ਲੱਗਿਆ। ਕਹਿੰਦੇ ਨੇ ਗਵਰਨਰ ਸਾਹਿਬ ਕਹਿ ਰਹੇ ਨੇ ਵੀ ਇੱਕ ਬੰਦਾ ਮਠਾਈ ਦਾ ਡੱਬਾ ਤੇ ਗੁਲਦਸਤਾ ਲੈ ਕੇ ਆ ਗਿਆ ਮੈਨੂੰ ਕਿਸੇ ਪ੍ਰੋਗਰਾਮ ਤੇ ਸੱਦਣ, ਕਹਿੰਦਾ ਮੈਂ ਕਿਹਾ ਭਾਈ ਤੂੰ ਕੌਣ ਹੈ, ਕਹਿੰਦਾ ਮੈਂ ਵਾਈਸ ਚਾਂਸਲਰ ਲੱਗਿਆ ਜੀ। ਨਜ਼ਰ ਬਾਰਡਰ ਤੱਕ ਰੱਖਦੇ ਆ, ਕਹਿੰਦਾ ਵਾਈਸ ਚਾਂਸਲਰ ਉਹਨਾਂ ਨੇ ਬਾਰਡਰ ਤੇ ਰੱਖੀ ਆ ਵੀ ਫਾਜ਼ਿਲਕਾ ਫਿਰੋਜ਼ਪੁਰ 'ਚ ਬਾਰਡਰ ਦੇ ਉੱਤੇ ਨਸ਼ਾ ਨਹੀਂ ਕੋਈ ਕਰ ਰਿਹਾ, ਇਹ ਗਵਰਨਰ ਸਾਹਿਬ ਆਪ ਦੇਖਣ ਜਾਂਦੇ। ਪਰ ਕੀ ਇਹ ਗੱਲ ਸੰਭਵ ਹੈ ਕਿ 2 ਸਾਲ ਜਦੋਂ ਦੇ ਖਬਰਾਂ ਛਪੀਆਂ, ਬੜਾ ਕੁਝ ਹੋਇਆ, ਸਾਰਾ ਕੁਝ ਹੈ ਗਵਰਨਰ ਸਾਹਿਬ ਨੂੰ ਇਹਦੇ ਵਿੱਚ ਮੈਨੂੰ ਲੱਗਦਾ ਮਨ ਦੀਵਾਲੀ ਮਨਾਉਣ ਦਾ ਬਣ ਗਿਆ ਹੋਇਆ। ਹਾਂ, ਇਹਦੇ ਨਾਲ ਦੀ ਨਾਲ ਜਿਹੜਾ ਰਿਐਕਸ਼ਨ ਦਾ ਇੱਕ ਕੁਐਸਚਨ, ਇੱਕ ਚੀਜ਼ ਮੈਂ ਐਡ ਕਰਾਂ ਜੀ ਕਿ ਇਹ ਬੜੀ ਅਨਫੋਰਚੂਨੇਟ ਗੱਲ ਹੈ ਕਿ ਸਰਕਾਰ ਇਸ ਨੂੰ ਸੰਘਾਤਮਕ ਢਾਂਚੇ ਤੇ ਪ੍ਰਹਾਰ ਦੇ ਤੌਰ ਤੇ ਨਹੀਂ ਦੇਖ ਰਹੀ। ਸਰਕਾਰ ਨੇ ਕਿਹਾ ਵੀ ਨਹੀਂ ਹੈ ਨਾ ਕਿਹਾ ਕਿ ਡੈਮੋਕ੍ਰੈਟਿਕ ਸਟਰਕਚਰ ਦੇ ਉੱਤੇ ਅਟੈਕ ਹੈ। ਇਹ ਤੋਂ ਉੱਪਰ ਗੱਲ ਇਹ ਹੈਗੀ ਹੈ ਜਿਹੜੀਆਂ ਆਪੋਜੀਸ਼ਨ ਪਾਰਟੀਆਂ ਨੇ ਉਹ ਵੀ ਨਹੀਂ ਦੇਖ ਰਹੀਆਂ। ਮੈਂ ਇਹੀ ਗੱਲ ਪੁੱਛ ਰਿਹਾ। ਦੇਖੋ ਇਹ ਬੜੀ ਦੇਖੋ ਜਿਹੜੇ ਕਹਿੰਦੇ ਸੀ ਅਸੀਂ ਕਾਨੂੰਨ ਸੁਧਾਰਨੇ ਆ, ਲੋਕਪਾਲ ਬਿੱਲ ਲਿਆਣਾ, ਹੁਣ ਇਹ ਵੀ ਨਹੀਂ ਕਹਿ ਰਹੇ ਕਿ ਗਵਰਨਰ ਦਾ ਇੰਸਟੀਟਿਊਸ਼ਨ ਡਿਸਕਸ ਕਰੋ। ਕਾਂਗਰਸ ਹੋਵੇ, ਅਕਾਲੀ ਦਲ ਨੇ ਇਸ ਵੇਲੇ ਇੱਕ ਸਟੈਂਡ ਲੈਤਾ ਹੈਗਾ ਥੋੜਾ ਜਿਹਾ, ਅਦਰਵਾਈਜ਼ ਇਹਨੂੰ ਸੰਘੀ ਢਾਂਚੇ ਦੇ ਖਿਲਾਫ ਕੋਈ ਪ੍ਰਹਾਰ ਦੇ ਬਾਰੇ ਨਹੀਂ ਦਿਖਾ ਰਿਹਾ। ਅਕਾਲੀ ਤਾਂ ਹੋਰ ਕਿਸੇ ਨੂੰ ਸਟੈਂਡ ਲੈਣ ਹੀ ਕਿਉਂ ਦੇ ਰਹੇ, ਮੈਨੂੰ ਇਹ ਨਹੀਂ ਸਮਝ ਆ ਰਹੀ ਵੀ ਤੁਹਾਡਾ ਤੇ ਫੈਡਰਲਿਜ਼ਮ ਪੇਟੈਂਟਡ ਮੁੱਦਾ ਸੀਗਾ। ਦੇਖੋ ਪ੍ਰੋਬਲਮ ਇਹ ਹੈ ਅਕਾਲੀ ਦਲ ਦੀ, ਜੇਕਰ ਹੋਂਦ ਦੀ ਲੜਾਈ ਲੜ ਰਿਹਾ, ਇਹ ਕਈ ਕਾਰਨ ਨੇ ਉਹਦੇ। ਆ ਇੱਕ ਮੁੱਦਾ, ਇਹ ਸਾਰੇ ਮੁੱਦਿਆਂ ਦੀ ਮਾਂ ਹੈ ਮੁੱਦਾ, ਇਹ ਐਸਵਾਈਐਲ ਦਾ ਹੋਵੇ, ਇਹ ਬੇਅਦਬੀ ਦਾ ਇਸ਼ੂ ਹੈ, ਹਰ ਮੁੱਦੇ ਦੇ ਪਿੱਛੇ ਜਾ ਕੇ ਫੈਡਰਲਿਜ਼ਮ ਖੜ ਜਾਂਦਾ। ਇਹ ਜਿਹੜੀ ਇਹ ਲੜਾਈ ਜਿਹੜੀ ਹੈਗੀ ਹੈ ਸਿਰਫ ਇਹ ਨਹੀਂ ਹੈ ਵੀ ਉਹਨੂੰ ਲੈਟਰ ਲਿਖਤੀ, ਉਹਨੂੰ ਲੈਟਰ ਲਿਖਤੀ। ਗੱਲ ਇਹ ਹੈਗੀ ਹੈ ਇਹਦਾ ਇੱਕ ਵਾਈਡਰ ਤੁਸੀਂ ਵੱਡੇ ਸੰਦਰਭ ਦੇ ਵਿੱਚ ਇਹਨੂੰ ਦੇਖੋ। ਉਹ ਸੰਦਰਭ ਇਹ ਹੈਗਾ ਕਿ ਜਿਹੜਾ ਸੈਂਟਰ ਗਵਰਨਮੈਂਟ ਹੈ ਉਹ ਆਪਣੇ ਨੁਮਾਇੰਦੇ ਜਾਂ ਆਪਣੇ ਜਾਸੂਸ ਜਾਂ ਆਪਣਾ ਪਿੱਠੂ ਕੁਝ ਵੀ ਕਹਿ ਲਓ, ਅਸੀਂ ਹਰ ਤਰ੍ਹਾਂ ਦੀ ਗੱਲ ਕਰ ਰਹੇ ਹਾਂ। ਮੈਂ ਤਾਂ ਏਜੰਟ ਵਰਤਦਾ ਬੜਾ ਝਿਜਕ ਰਿਹਾ ਸੀ, ਪਰ ਠੀਕ ਹੈ, ਮੈਨੂੰ ਕੱਲ ਠੀਕ ਲੱਗੀ ਹਮੀਰ ਜੀ ਦੇ ਘੁੰਡ ਕੱਢ ਕੇ ਕਾਦੀ ਗੱਲ ਕਰਨੀ ਹੈ, ਲੋਕਾਂ ਕੋਲ ਬੈਠੇ ਉਹਦੇ ਥਰੂ ਤੁਸੀਂ ਕਿਸ ਤਰੀਕੇ ਦੇ ਨਾਲ, ਗੱਲ ਤਾਂ ਪੋਲੀਟੀਕਲ ਹੈ ਜੀ, ਉਹਨੂੰ ਪੋਲੀਟੀਕਲ ਗੱਲ ਹੈ। ਆਪਾਂ ਨੂੰ ਵੀ ਪਤਾ ਹੈ ਕਿ ਉੱਥੇ ਗੁਜਰਾਤ ਦੇ ਵੀ ਇਲੈਕਸ਼ਨ ਹੈ, ਜੰਮੂ ਇਹਦੇ ਵਿੱਚ ਹਿਮਾਚਲ ਦੇ ਵਿੱਚ ਇਲੈਕਸ਼ਨ ਹੈ, ਇਹਨਾਂ ਨੇ ਯਾਨੀ ਇੱਕ ਤੋਂ ਦੂਸਰਾ ਵਨ ਅਪ ਮੈਨਸ਼ਿਪ ਜਿਹਨੂੰ ਆਪਾਂ ਕਹਿੰਦੇ ਆ ਉਹ ਚੱਲ ਰਹੀ ਹੈ। ਉਹਦੀ ਵਜ੍ਹਾ ਨਾਲ ਕੀ ਹੈਗਾ
ਕਿ ਜਿਹੜਾ ਬੇਸਿਕ ਜਿਹੜਾ ਸਰਕਾਰ ਦਾ ਕੰਮ ਕਰਨ ਦਾ ਤਰੀਕਾ ਹੈਗਾ ਉਹ ਵੀ ਇਫੈਕਟ ਹੋ ਰਿਹਾ ਔਰ ਗਵਰਨਰ ਦੇ ਕੰਮ ਕਰਨ ਦਾ ਤਰੀਕਾ ਵੀ ਇਫੈਕਟ ਹੋ ਰਿਹਾ। ਜਿਹੜਾ ਤੁਸੀਂ ਸਰਕਾਰੀ ਜੀ ਦੋਨੇ ਜਿਹੜੀਆਂ ਹੈਗੀਆਂ ਅਲੱਗ-ਅਲੱਗ ਲੀਗਲ ਪੋਜੀਸ਼ਨਾਂ ਲੈ ਕੇ ਬਹਿ ਗਿਆ। ਫਰਕ ਕਿਹਨੂੰ ਪਾਏਗਾ? ਪੀਆਈਯੂ ਨੂੰ, ਜਿੱਥੇ 2 ਸਾਲ ਤੋਂ ਵਾਈਸ ਚਾਂਸਲਰ ਨਹੀਂ ਚੱਲ ਰਹੀ ਸੀ, ਜਿੱਥੇ ਹੁਣ ਬਾਬਾ ਫਰੀਦ ਯੂਨੀਵਰਸਿਟੀ ਬਿਨਾਂ ਵਾਈਸ ਚਾਂਸਲਰ ਤੋਂ ਗੱਲ ਹੈ ਨਾ। ਤੁਸੀਂ ਉਸ ਐਂਗਲ ਨੂੰ ਵੀ ਤਾਂ ਦੇਖੋ ਨਾ ਕਿ ਸਫਰ ਐਕਚੁਅਲੀ ਕੌਣ ਕਰੇਗਾ। ਕੋਈ ਨਹੀਂ ਕਹਿ ਰਿਹਾ ਕਿ ਸੰਵਿਧਾਨ ਦੀ ਦੁਬਾਰਾ ਗੱਲ ਕਰੋ, ਗਵਰਨਰ ਦੇ ਰੋਲ ਦੀ ਦੁਬਾਰਾ ਗੱਲ ਕਰੋ। ਗਵਰਨਰ ਕਿੰਨੀ ਕੁ ਦੇਰ ਤੱਕ ਕਿਸੇ ਬਿੱਲ ਨੂੰ ਆਪਣੀ ਮਰਜ਼ੀ ਨਾਲ ਰੋਕ ਕੇ ਰੱਖ ਸਕਦਾ ਹੈ, ਇਹਦੇ ਤੇ ਕੋਈ ਗੱਲ ਕਰੋ। ਜਿਹੜੇ ਤੁਸੀਂ ਸਰਕਾਰੀਆ ਕਮਿਸ਼ਨ ਦੀ ਗੱਲ ਕੀਤੀ ਹੈ, ਜਿਹੜਾ ਐਡਮਿਨਿਸਟ੍ਰੇਟਿਵ ਰਿਫਾਰਮਸ ਕਮਿਸ਼ਨ ਸੀ 1968 ਵਾਲਾ ਸਰਕਾਰੀਆ, ਫਿਰ ਉਸ ਤੋਂ ਬਾਅਦ ਜਿਹੜਾ ਕਿ ਵੈਂਕਟਾਚਲਈਆ ਵਾਲਾ ਜਿਹੜਾ ਕਮਿਸ਼ਨ ਸੀ, ਉਹਨਾਂ ਸਾਰਿਆਂ ਨੇ ਕਿਹਾ ਉਹ ਭਾਈ ਗਵਰਨਰ, ਉਹਨਾਂ ਨੇ ਕਿਹਾ ਗਵਰਨਰ ਨੂੰ ਇੰਪੀਚ ਕਰਨ ਦਾ ਕੋਈ ਤਰੀਕਾ ਬਣਾ ਲਓ, ਅਸੈਂਬਲੀ ਇੰਪੀਚ ਤਾਂ ਕਰ ਸਕੇ। ਨਾਲੇ 117 ਜੋ 92 ਹੈ, ਤੁਹਾਨੂੰ ਦੱਸ ਦੇਣਗੇ ਗਵਰਨਰ ਕਿੱਥੇ ਖੜਾ। ਇਹ 2 ਕਮਿਸ਼ਨ ਤਾਂ ਜਿਹੜੇ ਨੇ ਸਰਕਾਰੀਆ ਤੇ ਪੁੰਛੀ, ਇਹ ਤਾਂ ਬੁਨਿਆਦੀ ਪੁੰਛੀ ਕਮਿਸ਼ਨ, ਇਹ ਤਾਂ ਦੁਬਾਰਾ ਬਿਲਕੁਲ ਨਵੇਂ ਸਿਰੋਂ ਦੇਖਣ ਵਾਲੇ ਬਣੇ ਸੀ ਨਾ ਕਿ ਸੰਵਿਧਾਨ ਦੀਆਂ ਤਾਕਤਾਂ ਨੂੰ ਫੈਡਰਲ ਸਟਰਕਚਰ ਦੇ ਵਿੱਚ ਕਿ ਕਿਵੇਂ ਨਵੀਂ ਗੱਲ ਕੀਤੀ ਜਾ ਸਕਦੀ। ਉਹਦੇ ਚ ਹੁਣ ਤੁਸੀਂ ਦੇਖੋ ਸਾਊਥ ਦੀਆਂ ਸਟੇਟ ਨੇ ਡੀਐਮਕੇ ਹੈ ਜੀ, ਡੀਐਮਕੇ ਫੈਡਰਲਿਜ਼ਮ ਦੀ ਗੱਲ ਕਰ ਰਹੀ ਆ ਨਾ, ਲੈਂਗੁਏਜ ਦੇ ਸਵਾਲ ਨੂੰ ਉਠਾ ਕੇ ਚਾਹੇ ਦਰਾਵੜ ਮੂਵਮੈਂਟ ਨੂੰ ਉਡਾ ਕੇ ਨੀਟ ਦਾ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਪਣੇ ਆਪ ਨੂੰ ਬਾਹਰ ਕੱਢ ਲਿਆ, ਆਪਣਾ ਇੱਕ ਸਿਸਟਮ, ਇੱਕ ਲੜਾਈ ਲੜ ਰਹੇ ਨੇ ਜੀ। ਔਰ ਉਹ ਬੁਨਿਆਦੀ ਕੁਐਸਚਨਾਂ ਤੇ ਲੜ ਰਹੇ। ਸਾਡੀ ਪੋਲਿਟਿਕਸ ਜਿਹੜੀ ਇੱਥੇ ਹੈ ਪੰਜਾਬ ਤੋਂ, ਜਿਹੜੇ ਅਸੀਂ ਕੋਈ ਗੱਲ ਕਰ ਰਹੇ ਹਾਂ, ਉਹ ਉਸ ਗੱਲ ਤੇ ਜਾ ਹੀ ਨਹੀਂ ਰਹੇ ਕਿ ਫੈਡਰਲਿਜ਼ਮ ਦਾ ਸਟਰਕਚਰ ਇੱਕ ਬੁਨਿਆਦੀ ਗੱਲ ਹੈ। ਹੁਣ ਤੁਸੀਂ ਦੇਖੋ, ਜੇ ਮੋਟੀ ਜੀ ਮੈਂ ਪੰਜਾਬ ਦੀ ਗੱਲ ਕਰਾਂ ਜੀ, ਰੂਰਲ ਡਿਵੈਲਪਮੈਂਟ ਫੰਡ ਸੀ ਤੇ ਮਾਰਕੀਟ ਫੀਸ, ਕਿਉਂਕਿ ਸੀਜ਼ਨ ਨਾਲ ਜੁੜਿਆ ਹੋਇਆ ਜੀ, ਇਹ ਲਾਉਣ ਦਾ ਹੱਕ ਪੰਜਾਬ ਦੀ ਸਰਕਾਰ ਦਾ ਜੀ ਕਿ ਕਿੰਨਾ ਲਾਉਣਾ। ਗਵਰਨਮੈਂਟ ਆਫ ਇੰਡੀਆ ਨੇ ਜਾਂ ਉਹਦੀਆਂ ਏਜੰਸੀਆਂ ਨੇ ਸਾਡਾ ਅਨਾਜ ਖਰੀਦਣਾ, ਅਸੀਂ ਜਿੰਨਾ ਚਿਰ ਤਾਂ ਉਹਨਾਂ ਨੂੰ ਬਹੁਤ ਔਖਾ ਕੰਮ ਤੋਂ ਕੋਈ ਨਹੀਂ ਬੋਲਿਆ। ਹੁਣ ਉਹਨਾਂ ਨੇ ਇੱਕ ਲਾਅ ਬਣਾਤਾ ਕਿ ਅਸੀਂ ਨਹੀਂ ਤੁਹਾਡਾ ਦਿੰਦੇ ਇਹ ਫੰਡ, ਪਹਿਲਾਂ ਤੁਸੀਂ ਆਪਣਾ ਲਾਅ ਅਮੈਂਡ ਕਰੋ। ਆਮ ਆਦਮੀ ਪਾਰਟੀ ਨੇ ਆ ਕੇ ਉਹ ਅਮੈਂਡ ਕਰਤਾ, ਅਜੇ ਵੀ ਉਹ 1760 ਰੋਕੀ ਬੈਠ। ਹੁਣ ਉਹ ਕਹਿੰਦੇ ਹੁਣ ਤਾਂ ਜੋ ਤੁਸੀਂ ਕਹਿੰਦੇ ਸੀ ਅਸੀਂ ਉਹ ਕਾਨੂੰਨ ਵੀ ਮਤਲਬ ਅਮੈਂਡ ਕਰਤਾ। ਸੋਤਾ ਡਾਇਰੈਕਟਲੀ ਫੈਡਰਲਿਜ਼ਮ ਦੇ ਮੁੱਦੇ ਨੂੰ ਹੱਥ ਪਾਣਾ ਪਏਗਾ। ਨਹੀਂ, ਨਾ ਕਿਤੇ ਹੱਥ ਪਾ ਰਹੇ ਨੇ ਬਲਕਿ ਸਰੈਂਡਰ ਹੋ ਗਿਆ। ਦੇਖੋ, ਔਰ ਤੁਹਾਡਾ ਪੈਸਾ ਤੁਸੀਂ ਕਿਵੇਂ ਵਰਤਣਾ ਹੈ, ਇਹਦਾ ਜਵਾਬ ਕਿਹਨੂੰ ਦੇਣਾ ਹੈ, ਤੁਸੀਂ ਆਪਣੇ ਆਪ ਨਹੀਂ ਹੁਣ ਤੈਅ ਕਰ ਸਕਦੇ। ਹੁਣ ਗਵਰਨਮੈਂਟ ਆਫ ਇੰਡੀਆ ਦੇ ਸਾਹਮਣੇ ਤੁਸੀਂ ਨਵੀਂ ਐਜੂਕੇਸ਼ਨ ਪਾਲਿਸੀ ਤੇ ਨਹੀਂ ਲੜਦੇ, ਜਦੋਂ ਜੀਐਸਟੀ ਦੇ ਸਟਰਕਚਰ ਤੇ ਨਹੀਂ ਲੜਦੇ, ਜਦੋਂ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਤੇ ਨਹੀਂ ਲੜਦੇ, ਜਦੋਂ ਯੂਏਪੀਏ ਤੇ ਨਹੀਂ ਲੜਦੇ, ਲਗਾਤਾਰ ਉਹ ਸਟੇਟਾਂ ਦੇ ਅਧਿਕਾਰ ਖੋਈ ਜਾ ਰਹੇ ਨੇ। ਉਸ ਵੇਲੇ ਤੁਸੀਂ ਗਵਰਨਰ ਦੇ ਮੁੱਦੇ ਤੇ ਵੀ ਜੇ ਨਹੀਂ ਲੜੋਗੇ ਤਾਂ ਹੁਣ ਸਾਈਆਂ ਨੇ ਰਾਜਾ ਵੀ ਆਪਣਾ ਪੋਸਟ ਕਰ ਦਿੱਤਾ। ਨਾ ਕੇਵਲ ਅਸੀਂ ਨਹੀਂ ਲੜਦੇ, ਅਸੀਂ ਉਹਦੇ ਹੱਕ 'ਚ ਵੋਟ ਪਾ ਰਹੇ ਹਾਂ ਪਾਰਲੀਮੈਂਟ 'ਚ। ਔਰ ਹਾਂ, ਅਸੀਂ ਕਿਹੜਾ ਐਕਟ ਹੈ ਜਿਹਦੇ ਹੱਕ 'ਚ ਨਹੀਂ ਵੋਟ ਪਾਈ? ਸਾਡੇ ਤਾਂ ਵਿਰੋਧੀ ਪਾਰਟੀ ਵੀ ਬੈਠੀ ਹੈ, ਪੰਜਾਬ ਦੀ ਇੱਕ ਵੀ ਪਾਰਟੀ, ਸੱਤਾਧਾਰੀ ਪਾਰਟੀ ਵੀ ਬੈਠੀ ਹੈ। ਸਾਡਾ ਨਿਗਾਰ ਜਿਹੜਾ ਹੈਗਾ ਉਹ ਇੱਥੇ ਪਹੁੰਚਿਆ ਹੈ ਕਿ ਅਸੀਂ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ ਗੱਲ ਕਰਨ ਵਾਲਾ ਸਟੇਟ ਜਿਹੜਾ ਹੈਗਾ, ਉਹ ਕਹਿੰਦਾ ਵੀ ਫਲੋ ਵਿਦ ਦਾ ਵਿੰਡ, ਜਿਵੇਂ ਹਵਾ ਚੱਲਦੀ ਹੈ ਉਹਦੇ ਨਾਲ ਬਹਿ ਜਾਓ। ਦੂਸਰੇ ਪਾਸੇ ਤੁਸੀਂ ਇਹ ਦੇਖੋ, ਮਮਤਾ ਬੈਨਰਜੀ, ਬਿਲਕੁਲ ਮਮਤਾ ਬੈਨਰਜੀ ਦਾ ਗਵਰਨਰ ਨੂੰ ਕੱਢ ਕੇ ਬਾਹਰ ਮਾਰਿਆ ਤਾਮਿਲਨਾਡੂ ਯੂਨੀਵਰਸਿਟੀਆਂ ਚੋਂ। ਤੁਸੀਂ ਕੇਰਲਾ ਦੇ ਵਿੱਚ ਦੇਖ ਲਓ, ਉਹ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਆਪਣੇ ਆਪ ਨੂੰ ਰਜਿਸਟਰ ਕਰਦੀਆਂ ਨਾ। ਇੱਥੇ ਤਾਂ ਰਜਿਸਟੈਂਸ ਨਾਂ ਦੀ ਕੋਈ ਚੀਜ਼ ਹੈ ਹੀ ਨਹੀਂ। ਇਹਦਾ ਮਤਲਬ ਇਹ ਹੈਗਾ ਕਿ ਜੋ ਗਵਰਨਰ, ਜੋ ਸੈਂਟਰ ਗਵਰਨਮੈਂਟ ਕਹੂਗੀ, ਜਸਟ ਤੁਸੀਂ 4 ਪੈਸੇ ਲੈਣ ਵਾਸਤੇ ਜਾਂ ਆਪਣੇ ਆਪ ਨੂੰ ਗੁੱਡਵਿਲ ਦੇ ਵਿੱਚ ਰੱਖਣ ਵਾਸਤੇ ਜਾਂ ਜੋ ਵੀ ਕਹਿ ਲਓ, ਤੁਸੀਂ ਜੋ ਸੈਂਟਰ ਕਹਿੰਦਾ, ਜੋ ਗਵਰਨਰ ਕਹਿੰਦਾ ਉਹਦੇ ਮੁਤਾਬਕ ਕਰੀ ਜਾਓਗੇ। ਦੇਖੋ, ਗਵਰਨਰ ਨੂੰ ਇਹ ਗੱਲ ਕਲੀਅਰ ਹੋਣੀ ਚਾਹੀਦੀ ਹੈ ਕਿ ਉਹ ਕਨਸਟੀਟਿਊਸ਼ਨਲ ਹੈਡ ਹੈ, ਉਹ ਸੰਵਿਧਾਨਕ ਮੁਖੀ ਹੈ, ਉਹ ਸਰਕਾਰ ਦਾ ਮੁਖੀ ਨਹੀਂ ਹੈ। 92 ਸੀਟਾਂ ਜਿਹੜੀਆਂ ਹੈਗੀਆਂ ਜਿਸ ਪਾਰਟੀ ਕੋਲ ਹੈ, ਉਸ ਪਾਰਟੀ ਕੋਲ ਪੂਰਾ ਅਧਿਕਾਰ ਹੈ ਫੈਸਲੇ ਲੈਣ ਦਾ। ਉਹਨਾਂ ਲੋਕਾਂ ਨੇ ਭਾਵੇਂ ਇੱਕ ਸੀਟ ਦਾ ਜ਼ਿਆਦਾ ਹੋਵੇ, ਜਿਹੜੀ ਪਾਰਟੀ ਸੱਤਾ ਦੇ ਵਿੱਚ ਆ ਉਹਦੇ ਕੋਲ ਪੂਰਾ ਅਧਿਕਾਰ ਹੈ। ਲੋਕਾਂ ਨੇ ਮੈਂਡੇਟ ਦਿੱਤਾ ਹੈ ਔਰ ਗਵਰਨਰ ਕੋਲ ਕੋਈ ਮੈਂਡੇਟ ਨਹੀਂ ਹੈ। ਇਸ ਕਰਕੇ ਗਵਰਨਰ ਅਗਰ ਸਮੇਂ-ਸਮੇਂ ਤੇ ਇਸ ਤਰ੍ਹਾਂ ਦੀਆਂ ਕੋਈ ਵੀ ਅੜਚਨਾ ਕਰਦਾ ਰਹੇਗਾ, ਜਿਵੇਂ ਕਿ ਇਹ ਹੈਗਾ, ਉਹਦੇ ਨਾਲ ਜਿਹੜਾ ਹੈਗਾ ਸਟੇਟ ਦੀ ਸਾਰੇ ਕਰਦੇ ਨੇ। ਜਗਦੀਪ ਧਨਕਰ ਜਿਹੜੀ ਹੁਣ ਵਾਈਸ ਪ੍ਰੈਜ਼ੀਡੈਂਟ ਨੇ, ਉਹ ਵੀ ਮਮਤਾ ਬੈਨਰਜੀ ਨਾਲ ਕਰਦੇ ਰਹੇ ਨੇ। ਹੁਣ ਮਮਤਾ ਬੈਨਰਜੀ ਨੇ ਉਹਨਾਂ ਨੂੰ ਵੋਟ ਪਾ ਦਿੱਤੀ ਹੈ, ਵਾਈਸ ਪ੍ਰੈਜ਼ੀਡੈਂਟ ਬਣਨ ਲੱਗਿਆ। ਦੇਖੋ, ਇਦਾਂ ਹੈਗਾ ਕਿ ਉਹਨਾਂ ਤੁਹਾਨੂੰ ਲੱਗਦਾ ਫੈਡਰਲਿਜ਼ਮ ਦੇ ਮੁੱਦੇ ਹੀ ਫੈਡਰਲਿਜ਼ਮ ਤੋਂ ਭੱਜ ਰਹੇ ਨੇ? ਮੈਂ ਤਾਂ ਪੁੱਛ ਰਿਹਾ। ਉਹਦੀ ਵਜ੍ਹਾ ਹੈਗੀ ਹੈ ਕਿ ਜਿੰਨੀਆਂ ਵੀ ਰੀਜਨਲ ਪੋਲੀਟੀਕਲ ਪਾਰਟੀਆਂ ਹੈ, ਉਹਨਾਂ ਨੇ ਹੌਲੀ-ਹੌਲੀ ਆਪਣੀ ਸਪੇਸ ਗਵਾਤੀ ਹੈ ਆਪਣੇ ਆਪ ਨੂੰ ਪੋਲੀਟੀਕਲੀ ਰੈਲੇਵੈਂਟ ਰੱਖਣ ਵਾਸਤੇ। ਕੰਡੇ ਆਪ ਬੀਚੇ ਨੇ। ਇਹਦੇ ਵਿੱਚ ਵੱਡਾ ਮੁੱਦਾ ਇਹ ਹੈ ਕਿ ਰੀਜਨਲ ਪੋਲੀਟੀਕਲ ਧਿਰਾਂ ਦਾ ਮੈਜੋਰਿਟੀ ਹਿੱਸਾ ਕਰਪਟ ਹੋ ਚੁੱਕਿਆ ਹੈ। ਉਹ ਈਡੀ ਤੇ ਸੀਬੀਆਈ ਦੇ ਸਾਹਮਣੇ ਖੜਾ ਹੋਣ ਦੀ ਹੈਸੀਅਤ 'ਚ ਨਹੀਂ ਹੈ। ਬਿਲਕੁਲ। ਤੇ ਇਹਦੇ ਕਰਕੇ ਉਹ ਕੱਚੇ ਚਿੱਠੇ ਖੁੱਲ ਜਾਣਗੇ, ਜਿਹੜੇ ਉਹ ਸਾਇਲੈਂਟ ਹੋ ਜਾਂਦੇ ਨੇ ਤੇ ਸਾਰੇ ਦੇ ਸਾਰੇ। ਔਰ ਤੁਸੀਂ ਕੱਲਾ ਇੱਥੋਂ ਨਹੀਂ, ਪੰਜਾਬ ਤੋਂ ਸ਼ੁਰੂ ਕਰ ਲਓ ਹੇਠਾਂ ਤੱਕ, ਜਿੱਥੇ ਤੱਕ ਵੀ ਮਰਜੀ, ਜਿਹੜੇ ਲੜ ਰਹੇ ਨੇ ਮਾੜੇ ਮੋਟੇ ਦਿਖਾਈ ਦੇ ਰਹੇ ਨੇ ਰੀਜਨਲ ਗਰੁੱਪ, ਜਿਵੇਂ ਡੀਐਮਕੇ ਕਿਤੇ ਹੈ, ਕਿਤੇ ਉਹ ਟੀਆਰਸੀ ਉਹਦੇ ਵਾਲਾ ਸ਼ੁਰੂ ਹੋ ਜਾਂਦਾ, ਚੰਦਰ ਸ਼ੇਖਰ, ਕਦੇ ਟੀਆਰਐਸ ਵਾਲਾ, ਬੀਆਰਐਸ ਬਣ ਗਈ, ਹੁਣ ਉਹ ਆਲ ਇੰਡੀਆ ਭਾਰਤ ਰਾਸ਼ਟਰੀ ਸੰਮਤੀ ਬਣ ਗਈ। ਉਹ ਪਤਾ ਨਹੀਂ ਅਜੇ ਕਿਵੇਂ ਲੜ ਰਹੇ ਨੇ, ਥੋੜੇ ਬਹੁਤ ਉਹਨਾਂ ਈਡੀ ਵਗੈਰਾ ਉਹਨਾਂ ਦੇ, ਜਾਂ
ਈਵਨ ਇਸ ਮਾਮਲੇ ਦੇ ਵਿੱਚ ਵੀ ਜੋ ਮਰਜੀ ਲਾਲੂ ਪ੍ਰਸਾਦ ਅੰਦਰ ਵੀ ਹੈ, ਪਰ ਉਹਦੀ ਪਾਰਟੀ ਨੇ ਝੁੱਕ ਕੇ ਸਟੈਂਡ ਨਹੀਂ ਲਿਆ ਇਹੋ ਜਿਹੇ ਮਾਮਲਿਆਂ ਦੇ ਘੱਟੋ ਘੱਟ। ਬਿਹਾਰ ਨੇ ਇਹ ਗੱਲ ਅਲੱਗ ਹੈ ਜੀ। ਬਿਹਾਰ ਨੇ ਤਾਂ ਕਮਾਲ ਕਰ ਛੱਡੀ ਸੀ ਜਿਹੜੀ ਉਹ ਗਵਰਨਰ ਦੀ ਸਟੋਰੀ ਹੈ ਬਿਹਾਰ ਦੀ। ਉਸ ਤੋਂ ਬਾਅਦ ਗਵਰਨਰ ਦੇ ਇੰਸਟੀਚਿਊਸ਼ਨ ਦੇ ਉੱਤੇ ਗੱਲ ਨਹੀਂ ਹੋਈ। ਬੂਟਾ ਸਿੰਘ ਨੂੰ ਤਾਂ ਸਾਰਾ ਪੰਜਾਬ ਜਾਣਦਾ। ਬੂਟਾ ਸਿੰਘ ਹਰੀ ਉੱਥੇ ਗਵਰਨਰ ਸੀ ਬਿਹਾਰ ਦੇ ਵਿੱਚ ਸਨ 2005 ਦੇ ਵਿੱਚ, ਤੇ ਪਾਰਟੀ ਦਾ ਇਲੈਕਸ਼ਨਾਂ ਹੋਈਆਂ ਸੀ, ਸਰਕਾਰ ਕਿਸੇ ਦੀ ਬਣੇ ਨਾ, ਤੇ ਪ੍ਰੈਜ਼ੀਡੈਂਟ ਰੂਲ ਲੱਗ ਗਿਆ। ਫਿਰ ਐਨਡੀਏ ਵਾਲੇ ਇਕੱਠੇ ਹੋ ਗਏ, ਜਨਤਾ ਦਲ ਯੂਨਾਈਟਿਡ ਤੇ ਐਨਡੀਏ ਤੇ ਇਕੱਠੇ ਸੀਗੇ। ਉਹ ਪਾਸਵਾਨ ਜੀ ਨਾਲ ਆ ਗਏ, ਕੀ ਨਾਮ ਉਹਦਾ, ਐਲਜੇਪੀ, ਉਹਨਾਂ ਦੀ ਨਾਲ ਆ ਗਈ। ਉਹ ਸਰਕਾਰ ਬਣਦੀ ਲੱਗ ਗਈ, ਤੇ ਬੂਟਾ ਸਿੰਘ ਜੀ ਨੂੰ ਲੱਗਾ ਵੀ ਸਰਕਾਰ ਤੇ ਬਣਾ ਲੈਣੀ ਹੈ, ਤੇ ਉਹਨਾਂ ਨੇ ਮੈਡਮ ਨੂੰ ਤੇ ਖੁਸ਼ ਰੱਖਣਾ ਸੀ। ਉਹਨਾਂ ਨੇ ਝੱਟ ਚਿੱਠੀ ਲਿਖੀ, ਜਿੱਦਾਂ ਹੀ ਗਵਰਨਰ ਸਾਹਿਬ ਲਿਖਦੇ ਨੇ ਕਿ ਇੱਥੇ ਹਾਰਸ ਟ੍ਰੇਡਿੰਗ ਹੋਣ ਲੱਗੀ ਹੈ, ਤੇ ਉਹਨਾਂ ਨੇ ਰਿਕਮੈਂਡ ਕਰਤਾ ਵੀ ਅਸੈਂਬਲੀ ਡਿਸੋਲਵ ਕਰ ਦਿੱਤੀ ਜਾਏ। ਅੱਧੀ ਰਾਤ ਨੂੰ ਯੂਨੀਅਨ ਕੈਬਨਿਟ ਦੀ ਮੀਟਿੰਗ ਹੋਈ ਤੇ ਅਸੈਂਬਲੀ ਹੋ ਗਈ ਡਿਸੋਲਵ। ਤੇ ਸਾਡੇ ਪ੍ਰੈਜ਼ੀਡੈਂਟ ਉਹ ਭਾਰਤ ਰਤਨਾ ਕੀ ਨਾਮ ਹੈ APJ ਅਬਦੁਲ ਕਲਾਮ ਜੀ, ਉਹ ਮਾਸਕੋ ਬੈਠੇ ਸੀ। ਮਾਸਕੋ ਚਿੱਠੀ ਫੈਕਸ ਕਰਤੀ, ਉਹਨਾਂ ਨੇ ਮਾਸਕੋ ਤੋਂ ਝੱਟ ਚਿੱਠੀ ਪੜ੍ਹ ਕੇ ਸਮਝ ਲਿਆ ਵੀ ਉੱਥੇ ਹਾਰਸ ਟ੍ਰੇਡਿੰਗ ਹੋ ਰਹੀ ਹੈ, ਤੇ ਉਹਨਾਂ ਨੇ ਅਪਰੂਵ ਕਰ ਦਿੱਤੀ ਤੇ ਅਸੈਂਬਲੀ ਡਿਸੋਲਵ ਹੋ ਗਈ। ਰਾਤ ਨੂੰ ਜਨਤਾ ਚਲੀ ਗਈ ਸੁਪਰੀਮ ਕੋਰਟ। ਸੁਪਰੀਮ ਕੋਰਟ ਨੇ ਕਿਹਾ ਟੋਟਲੀ ਅਨਕਨਸਟੀਟਿਊਸ਼ਨਲ ਹੈ, ਗਵਰਨਰ ਨੇ ਸੈਂਟਰ ਨੂੰ ਮਿਸਲੀਡ ਕੀਤਾ, ਤੇ ਬੂਟਾ ਸਿੰਘ ਜੀ ਦੀ ਕੁਰਸੀ ਚਲੀ ਗਈ, ਗਵਰਨਰ ਸਾਹਿਬ ਨੂੰ ਛੱਡਣਾ ਪੈ ਗਿਆ। ਪਰ ਜੋ ਨਜ਼ਾਰੇ ਮਤਲਬ ਇਹਨਾਂ ਗਵਰਨਰਸ ਨੇ ਕੀਤੇ ਨੇ, ਇਹ ਨਜ਼ਾਰੇ ਸਾਰੇ ਬਹੁਤ ਬੜੀ ਜਗ੍ਹਾ ਦੇਖੋ। ਗਵਰਨਰਾਂ ਦੀਆਂ ਸਟੋਰੀਆਂ ਐਂਡਲੈਸ ਹੈ। ਹਾਂ, ਮਹਾਰਾਸ਼ਟਰ ਵਾਲਿਆਂ ਤਾਂ ਇੱਦੀ ਐਂਡਲੈਸ ਸਟੋਰੀਜ਼ ਹੈ। ਅਗਰ ਆਪਾਂ ਸੰਵਿਧਾਨ ਦਾ ਜਿੱਦਾਂ 1952 ਤੋਂ ਲੈ ਕੇ ਅੱਜ ਤੱਕ ਸਾਰੇ ਗਵਰਨਰਾਂ ਦਾ ਕੱਚਾ ਚਿੱਠਾ ਦੇਖੀਏ, ਬੜੇ ਕਮਾਲ ਦੇ ਗਵਰਨਰ ਨੇ, ਬੜੇ ਕਮਾਲ ਦੇ ਗਵਰਨਰ ਹੈ। ਲੇਕਿਨ ਸਵਾਲ ਸਭ ਤੋਂ ਵੱਡਾ ਇਹੀ ਹੈ ਕਿ ਗਵਰਨਰ ਜਿਸ ਪਰਪਸ ਵਾਸਤੇ ਅਪਾਇੰਟ ਕੀਤਾ ਗਿਆ ਸੀਗਾ, ਕਿਆ ਗਵਰਨਰ ਉਹ ਪਰਪਸ ਜਿਹੜੇ ਹੈਗੇ ਆ ਪੂਰੇ ਕਰ ਰਹੇ ਨਹੀਂ, ਜੋ ਸੰਵਿਧਾਨ ਸਭਾ ਦੇ ਵਿੱਚ ਗੱਲ ਹੋਈ ਸੀ। ਪ੍ਰੈਕਟੀਕਲੀ ਆਪਾਂ ਨੂੰ ਪਤਾ ਹੀ ਹੈ, ਡੂ ਵੀ ਨੀਡ, ਆਪਾਂ ਨੂੰ ਪਤਾ ਹੀ ਹੈ। ਟੈਲ ਮੀ ਸਟ੍ਰੇਟ, ਹੁਣ ਲੇਕਿਨ ਕੁੰਡ ਕੱਢ ਕੇ ਦੱਸੋ, ਡੂ ਵੀ ਨੀਡ ਅ ਗਵਰਨਰ? ਕੀ ਇਸ ਵੇਲੇ ਜਿਸ ਤਰ੍ਹਾਂ ਦੀ ਡੈਮੋਕ੍ਰੈਟਿਕ ਸਟਰਕਚਰ ਹੈ, ਕੀ ਸਾਨੂੰ ਗਵਰਨਰ ਦੀ ਜ਼ਰੂਰਤ ਹੈ? ਨਹੀਂ, ਗਵਰਨਰ ਦੀ ਜ਼ਰੂਰਤ ਹੈ। ਓਕੇ, ਇੱਕ ਕਨਸਟੀਟਿਊਸ਼ਨਲ ਹੈਡ ਦੀ ਜ਼ਰੂਰਤ ਹੈ। ਅਦਰਵਾਈਜ਼ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਵੀ ਆਪਣੀ ਮਨਮਾਨੀ ਕਰਨ ਤੇ ਬਾਜ਼ ਨਹੀਂ ਆਉਣਗੀਆਂ, ਜਿਸ ਤਰ੍ਹਾਂ ਦੀ ਅਨਕਨਸਟੀਟਿਊਸ਼ਨਲ ਗੱਲਾਂ ਸਰਕਾਰਾਂ ਕਰਦੀਆਂ ਜਾਂ ਪੋਲੀਟੀਸ਼ੀਅਨ ਜਿਹੜੇ ਹੁੰਦੇ ਨੇ। ਪੁੱਟ ਯੋਰ ਮਨੀ ਵੇਅਰ ਯੋਰ ਮਾਊਥ ਇਜ਼। ਉਹਦੇ ਚ ਇਹ ਹੈ ਕਿ ਕੁਝ ਖਾਸ ਹਾਲਾਤ ਜਦੋਂ ਪੈਦਾ ਹੁੰਦੇ ਨੇ, ਉਦੋਂ ਕਿਸੇ ਨਾ ਕਿਸੇ ਦੇ ਜਿਵੇਂ ਬਹੁਮਤ ਨਹੀਂ ਆਇਆ, ਇੱਧਰ ਉੱਧਰ ਹੋ ਗਿਆ, ਇੰਨਾ ਸਮਾਂ ਸਰਕਾਰ ਇਹ ਨਹੀਂ ਬਣ ਰਹੀ, ਉਹ ਕਿਹੜਾ ਇੰਸਟੀਟਿਊਸ਼ਨ ਹੋਏਗਾ? ਉਹ ਗਵਰਨਰ ਹੋਏਗਾ ਜਾਂ ਕੋਈ ਹੋਰ ਹੋਏਗਾ? ਕੋਈ ਪੈਰਲਲ ਇੱਕ ਚੀਜ਼ ਤਾਂ ਚਾਹੀਦੀ ਹੈ ਜਿਹੜੀ ਉਦੋਂ ਦਾ ਰੋਲ ਨਿਭਾਏ। ਐਕਚੁਅਲੀ ਗਵਰਨਰ ਦੀ ਮੇਰਾ ਖਿਆਲ ਲੋੜ ਵੀ ਇਹਨਾਂ ਭੂਮਿਕਾਵਾਂ 'ਚ ਜ਼ਿਆਦਾ ਹੁੰਦੀ ਹੈ ਕਿ ਜਦੋਂ ਹਰ ਜਗ੍ਹਾ ਤੇ ਗਵਰਨਰ ਪ੍ਰੋਬਲਮ ਕ੍ਰੀਏਟ ਕਰਦਾ, ਇੱਧਰਲਾ ਪੰਜਾਬ ਹੋਵੇ ਜਾਂ ਉੱਧਰਲਾ ਪੰਜਾਬ ਹੋਵੇ, ਪ੍ਰੋਬਲਮ ਤਾਂ ਗਵਰਨਰ ਕਰ ਹੀ ਦਿੰਦਾ। ਉਹਦਾ ਇਸੇ ਕਰਕੇ ਹੈ ਕਿ ਸਾਡਾ ਓਵਰਆਲ ਪੋਲਿਟੀ ਦਾ ਮਾਈਂਡ ਸੈਟ, ਸਾਡੀਆਂ ਪਾਰਟੀਆਂ ਦਾ ਮਾਈਂਡ ਸੈਟ ਸੈਂਟਰਲਿਸਟ ਹੈ। ਔਰ ਜਦੋਂ ਉਹ ਮਾਈਂਡ ਸੈਟ ਹੀ ਟੋਟਲ ਪੋਲੀਟੀਕਲ ਸੈਟਅਪ ਦੇ ਵਿੱਚ ਸੈਂਟਰਲਾਈਜ਼ਡ ਹੋ ਗਿਆ ਤੁਹਾਡਾ, ਹਰ ਕਾਨੂੰਨ ਤੁਸੀਂ ਮੇਰੇ ਕੋਲ 30 ਸੈਕਿੰਡਸ ਆ ਬ੍ਰੇਕ ਵਿੱਚ, ਮੈਂ ਸਿਰਫ ਇਹ ਦੱਸੋ ਕਿ ਕਨਸਟੀਟਿਊਸ਼ਨ ਦੇ ਵਿੱਚ ਇਹ ਅਨੋਮਲੀ ਹੈ, ਇਹ ਪ੍ਰੋਬਲਮ ਹੈ ਜਿਹੜਾ ਗਵਰਨਰ ਦਾ, ਇਹ ਗਵਰਨਰ ਨੂੰ ਇਹ ਰੋਲ ਦਿੱਤਾ ਹੋਇਆ। ਜੇ ਤੁਸੀਂ ਕਹਿ ਰਹੇ ਹੋ ਮਾਈਂਡ ਸੈਟ ਸੈਂਟਰਲਿਸਟ ਹੈ, ਤਾਂ ਫਿਰ ਉਸ ਮਾਈਂਡ ਸੈਟ ਨੂੰ ਸੈਂਟਰਲਿਸਟ ਬਣਾਉਣ ਦੇ ਵਿੱਚ ਤਾਂ ਇਹਦਾ ਬਹੁਤ ਵੱਡਾ ਰੋਲ ਹੈ ਗਵਰਨਰ ਦੇ ਇੰਸਟੀਟਿਊਸ਼ਨ ਦਾ, ਤੇ 356 ਨਹੀਂ ਬਿਲਕੁਲ ਰੋਲ ਹੈ। ਅਸਲ 'ਚ ਤਾਂ ਕਨਸਟੀਟਿਊਸ਼ਨ ਦੇ ਵਿੱਚ ਵੀ ਪ੍ਰੋਬਲਮ ਇਹ ਹੈ ਨਾ ਕਿ ਕਨਸਟੀਟਿਊਸ਼ਨ ਕਿਹੜਾ ਸਾਡਾ ਬਹੁਤ ਜ਼ਿਆਦਾ ਫੈਡਰਲ ਹੈ, ਉਹਨੂੰ ਅਸੀਂ ਆਮ ਪੜਾਉਂਦੇ ਆ, ਕੋਈ ਜੀ ਫੈਡਰਲ ਹੈ ਜੀ, ਕੋਈ ਜੀ ਸੈਂਟਰਲਾਈਜ਼ ਹੈ। ਕਨਸਟੀਟਿਊਸ਼ਨ ਤਾਂ ਉੱਥੇ ਆਮ ਪਾਰਟੀ ਗੱਲ ਨਹੀਂ ਕਰ ਰਹੀ, ਰੌਲਾ ਤਾਂ ਉਹਦੇ ਤੇ ਗੱਲ ਨਹੀਂ ਹੋ ਰਹੀ। ਇਧਰੋਂ ਪੰਜਾਬੀ 'ਚ ਜਾ ਰਹੀ ਹੈ ਜਿਹੜੀ ਹਵਾ ਵਿੱਚ ਟਵਿੱਟਰ ਤੇ ਘੁੰਮਦੀ ਫਿਰਦੀ ਹੈ, ਚਿੱਠੀ ਟਾਈਪ ਹੋ ਕੇ 5 ਪੇਜਾਂ ਦੀ ਗਵਰਨਰ ਸਾਹਿਬ ਨੂੰ ਜਾ ਰਹੀ ਹੈ, ਜਿਹੜੀ ਉਧਰੋਂ ਵਾਪਸ ਆਉਂਦੀ ਹੈ ਘੁੰਮਦੀ ਫਿਰਦੀ ਹੈ। ਪਰ ਇਹ ਗੱਲ ਨਹੀਂ ਹੋ ਰਹੀ, ਇਹ ਗੱਲ ਨਹੀਂ ਹੋ ਰਹੀ ਕਿ ਇਸੇ ਕਨਸਟੀਟਿਊਸ਼ਨ ਦੇ ਖਿਲਾਫ ਜਿੰਨੀਆਂ ਮਿਨੋਰਟੀ ਸੀ 1950 ਤੋਂ ਹੀ ਲੜ ਰਹੀਆਂ ਨੇ ਕਿ ਸਾਡੇ ਲਈ ਨਹੀਂ, ਸਾਨੂੰ ਉਹਨਾਂ ਨੇ ਮਿਲਿਆ। ਉਹ ਤਾਂ ਬੇਸਿਕ ਕੁਐਸਚਨ ਦਿਖਾਈ ਦੇ ਰਹੇ ਨੇ। ਇਹ ਗੱਲ ਹੀ ਕਰ ਲੈਂਦੇ ਆ, ਗਵਰਨਰਸ ਦੀ ਵੀ ਗੱਲ ਕਰ ਲੈਂਦੇ ਆ। ਵੈਸੇ ਜੋ ਗੁਲ ਖਿਲਾਏ ਨੇ ਬੰਬਈ ਜਜਮੈਂਟ ਦੀ ਵੀ, ਆਈ ਥਿੰਕ ਉਹ ਥੋੜਾ ਜਿਹਾ ਕਲੀਅਰ ਹੋ ਜਾਵੇ ਲੋਕਾਂ ਨੂੰ ਕਿ ਬੰਬਈ ਜਜਮੈਂਟ ਕੀ ਸੀ, ਤੇ ਉਦੋਂ ਬਾਅਦ ਆਪਾਂ ਨੂੰ ਜਾਪਦਾ ਸੀ ਵੀ ਸਭ ਸੁਧਰ ਜਾਏਗਾ। ਕੌਣ ਸੁਧਰਦਾ ਜੀ? ਦੀਵਾਲੀ ਦਾ ਮੌਸਮ ਹੈ, ਮਿਜ਼ਾਈਲਾਂ ਚੱਲ ਰਹੀਆਂ ਨੇ। ਥੋੜੀ ਜੀ ਗੱਲ ਹੋਰ ਕਰਾਂਗੇ ਆਫਟਰ ਦਿਸ ਬ੍ਰੇਕ ਤੋਂ ਬਾਅਦ। ਫਿਰ ਸਵਾਗਤ ਹੈ ਜੀ। ਚਰਚਾ ਕਰ ਰਹੇ ਹਾਂ ਉਸ ਲੜਾਈ ਦੀ ਜਿਹੜੀ ਰਾਜ ਭਵਨ ਤੇ ਸਰਕਾਰ ਦੇ ਵਿਚਕਾਰ ਹੋ ਰਹੀ ਹੈ। ਪੰਜਾਬੀ ਵਿੱਚ ਕੁਸੋਨਮ ਵਾਲੀ ਤੇ ਅੰਗਰੇਜ਼ੀ ਵਿੱਚ ਤਾਨੇ ਮਹਿਨਿਆਂ ਵਾਲੀ। ਇਹ ਲੜਾਈਆਂ ਵੀ ਅੱਜਕੱਲ ਵੱਖ-ਵੱਖ ਹੁੰਦੀਆਂ ਨੇ, ਪੰਜਾਬੀ ਤੇ ਅੰਗਰੇਜ਼ੀ ਵਾਲੀਆਂ। ਪ੍ਰੋਫੈਸਰ ਮੁਹੰਮਦ ਖਾਲਿਦ ਜੀ ਤੇ ਹਮੀਰ ਸਿੰਘ ਜੀ ਸਾਡੇ ਨਾਲ ਨੇ। ਹਮੀਰ ਜੀ, ਇਹ ਕੀ ਲੜਾਈ ਹੋਈ ਵੀ ਪੰਜਾਬੀ ਦੇ ਵਿੱਚ, ਮਤਲਬ ਇਹ ਤਾਂ ਬਦਨਾਮ ਕਰਨ ਵਾਲੀ ਗੱਲ ਹੈ ਮਾਂ ਬੋਲੀ ਨੂੰ, ਕਿ ਪੰਜਾਬੀ ਵਿੱਚ ਗਾਲਾਂ ਮੋਟੀਆਂ ਕੱਢੀਆਂ ਜਾਂਦੀਆਂ ਨੇ ਤੇ ਅੰਗਰੇਜ਼ੀ ਵਿੱਚ ਗਾਲਾਂ ਪੋਲਾਈਟ ਕੱਢੀਆਂ ਜਾਂਦੀਆਂ ਨੇ। ਰਾਜ ਭਵਨ ਹੁਣ ਕਹਿ ਰਿਹਾ ਕਿ ਅੰਗਰੇਜ਼ੀ ਵਿੱਚ ਚਿੱਠੀ ਮਿੱਠੀ ਮਿੱਠੀ ਲਿਖੀ ਸੀ, ਬੜੀ ਪੋਲਾਈਟ ਸੀ, ਇਹ ਪੰਜਾਬੀ ਵਿੱਚ ਤੁਸੀਂ ਐਡੀਆਂ ਮਾੜੀਆਂ ਮੈਨੂੰ ਗੱਲਾਂ ਕਹੀਆਂ ਨੇ। ਕਿਆ ਕੀਆ ਪੰਜਾਬੀ ਦੇ ਵਿੱਚ ਉਹਨਾਂ ਨੇ ਬੇਸਿਕਲੀ? ਵੈਸੇ ਤਾਂ ਇਹ ਡਬਲ ਚਿੱਠੀ ਜਾਂ ਤਾਂ ਇੱਕ ਦੂਜੇ ਦੀ ਟਰਾਂਸਲੇਸ਼ਨ ਹੁੰਦੀ ਹੈ ਨਾ, ਐਡੇ ਵੱਡੇ ਅਹੁਦੇ ਤੇ ਦੋ ਚਿੱਠੀਆਂ ਐ ਚੰਗੀਆਂ ਵੀ ਨਹੀਂ ਲੱਗਦੀਆਂ ਕਿ ਚੀਫ ਮਿਨਿਸਟਰ ਆਪਦੇ ਟਵਿੱਟਰ ਹੈਂਡਲ ਤੇ ਪਾ ਦੇ ਪੰਜਾਬੀ ਅੰਗਰੇਜ਼ੀ, ਇਹਦਾ ਤਾਂ ਦੋਨੋਂ ਪਾ ਦਿਓ।
ਤੇ ਦੂਜੀ ਗਵਰਨਰ ਸਾਈਡ ਤੋਂ ਆਉਂਦੀ ਆ, ਲੋਕਾਂ ਕੋਲ ਤੇ ਇਧਰ ਨਹੀਂ ਆ ਇਹ ਨਾ। ਨਹੀਂ ਹੋ ਸਕਦਾ ਵੀ ਸਾਡੀ ਮਦਦ ਲਈ ਉਹਨਾਂ ਨੇ ਸੋਚਿਆ ਗਵਰਨਰ ਸਾਹਿਬ ਪੜ੍ਹੇ ਲੇਕਿਨ ਉਹਨਾਂ ਨੂੰ ਅੰਗਰੇਜ਼ੀ ਚ, ਮੇਰੇ ਵਰਗਿਆਂ ਲਈ ਉਹਨਾਂ ਦਾ ਮੋਟੀ ਮੋਟੀ, ਤੇਰੇ ਲਈ ਪੰਜਾਬੀ ਚ, ਮੇਰੇ ਲਈ ਪੰਜਾਬੀ ਚ ਇਹੀ ਹੋਇਆ, ਲੋਕਾਂ ਲਈ ਪੰਜਾਬੀ ਚ ਇੰਨਾ ਕੰਮ ਆਪ ਕੱਲ ਤਾਂ ਨਾ ਸਮਝੋ, ਜੇ ਅੰਗਰੇਜ਼ੀ ਨਹੀਂ ਆਉਂਦੀ ਪੰਜਾਬੀ ਨੂੰ ਭਾਸ਼ਾ ਤਾਂ ਤੇ ਉਨੀ ਡਿਟੇਲ ਚ ਚਿੱਠੀ ਤਾਂ ਚਾਹੀਦੀ ਹੈ। ਮਾਮਲਾ ਟ੍ਰਾਂਸਲੇਸ਼ਨ ਹੈ ਕਿ ਮਾਮਲਾ ਨੀਅਤ? ਗੱਲ ਇਹਦੇ ਵਿੱਚ ਮੈਂ ਇਹਦੇ ਚ ਮਾਮਲਾ ਕੇਵਲ ਇਹ ਹੈ, ਇਹਦੇ ਵਿੱਚ ਇੱਕ ਚੀਜ਼ ਹੈ, ਮੈਂ ਸੌਰੀ ਤੁਹਾਡੀ ਗੱਲ ਵਿੱਚ ਤਕਲਮ ਹੀ ਹੋ ਰਹੀ ਹੈ। ਪਹਿਲਾਂ ਤਾਂ ਉਹਨਾਂ ਨੇ ਇੱਕ ਨੀ ਜਰਕ ਰਿਐਕਸ਼ਨ ਹੈ, ਦੂਜਾ ਆਫਟਰ ਥਾਟ ਹੈ ਵੀ ਡਿਟੇਲਡ ਚਿੱਠੀ ਲਿਖੋ। ਮੈਨੂੰ ਲੱਗਦਾ ਪਹਿਲਾਂ ਚਿੱਠੀਆਂ ਇੱਕੋ ਸਮੇਂ ਲਿਖੀਆਂ ਗਈਆਂ ਨੇ। ਓਕੇ, ਚਿੱਠੀ ਚਲੀ ਗਈ ਸੀ ਗਵਰਨਰ ਨੂੰ ਪਹਿਲਾਂ, ਉਦੋਂ ਬਾਅਦ ਇਹ ਚਿੱਠੀ ਆਈ ਹੈ, ਇਸੇ ਲਈ ਗਵਰਨਰ ਨੇ ਕਿਹਾ ਵੀ ਸਾਡੇ ਕੋਲ ਤਾਂ ਆਈ ਹੈ, ਦੂਜੀ ਤਾਂ ਆਈ ਨਹੀਂ। ਉਸੇ ਸਮੇਂ ਅੱਧੇ ਘੰਟੇ 'ਚ ਵਾਪਰ ਜਾਂਦਾ ਹੈ। 2 ਪਹਿਰਿਆਂ ਦਾ ਪ੍ਰੈਸ ਨੋਟ ਆ ਜਾਂਦਾ ਗਵਰਨਰ ਰਾਜ ਭਵਨ ਤੋਂ ਕਿ ਇਹ 2 ਚਿੱਠੀਆਂ ਦੇ ਇੱਕ ਜਿਹੜੀ ਸਾਡੇ ਪੰਜਾਬੀ 'ਚ ਤੁਰੀ ਫਿਰਦੀ ਹੈ। ਔਰ ਮੈਨੂੰ ਇਹ ਲੱਗਦਾ ਵੀ ਪਹਿਲਾਂ ਅੰਗਰੇਜ਼ੀ ਵਾਲੀ ਤੇ ਸਾਈਨ ਹੋ ਗਏ, ਫਿਰ ਸੋਚਿਆ ਗਿਆ ਵੀ ਹੁਣ ਆਪਾਂ ਪੰਜਾਬੀ ਲੋਕਾਂ ਦੇ ਵਾਸਤੇ ਆਪਾਂ ਇਹ ਵੀ ਕੱਢ ਦਈਏ ਜਿਹੜੀ ਪਾ ਦਿੰਨੇ ਆ ਇਸ ਮਾਮਲੇ 'ਚ। ਲੋਕਾਂ ਨੂੰ ਇਹ ਵੀ ਸਾਡਾ ਬੰਦਾ ਸੀਨਾ ਤਾਣ ਕੇ ਖੜਾ, ਸੀਨਾ ਤਾਣ ਕੇ ਖੜਾ। ਔਰ ਉਹ ਚਿੱਠੀ ਜਿਹੜੀ ਤੁਸੀਂ ਪੀਲੀ ਪੱਗ ਬੰਨ ਕੇ ਤੁਰਾ ਛੱਡ ਕੇ ਤੇ ਸੀਨਾ ਤਾਣ ਕੇ ਜਿਹੜੀ ਇਹ ਕਹਿ ਰਹੀ ਚਿੱਠੀ ਮੈਚ ਕਰਨੀ ਚਾਹੀਦੀ, ਫਿਰ ਉਹ ਮੈਚ ਕਰਨ ਤੇ ਚਿੱਠੀ ਜਿਹੜੀ ਇਹ ਕਹਿ ਰਹੀ ਹੈ ਕਿ ਤੁਸੀਂ ਆਪ ਨਹੀਂ ਬੋਲ ਰਹੇ, ਤੁਸੀਂ ਨੇਕ ਬੰਦੇ ਲੱਗੇ ਦੇਖਣ ਚ ਜਦੋਂ ਵੀ ਮੈਂ ਮਿਲਿਆ, ਵਧੀਆ ਤੇ ਨੇਕ ਬੰਦੇ। ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਗੱਲਾਂ ਆਪਣੇ ਆਪ ਨਹੀਂ ਕਰ ਸਕਦੇ, ਤੁਹਾਡੇ ਪਿੱਛੇ ਕੋਈ ਹੋਰ ਹੈ। ਉਹ ਹੋਰ ਕੌਣ ਹੈ ਉਹਦਾ ਕੁਐਸਚਨ ਮਾਰਕ ਲਾਤਾ। ਮਤਲਬ ਗਵਰਨਰ ਨੂੰ ਪੁੱਛਿਆ ਤੁਹਾਡੇ ਪਿੱਛੇ ਕੌਣ ਹੈ, ਕੌਣ ਹੈ ਤੂੰ ਨਹੀਂ ਬੋਲਦਾ, ਪਹਿਲਾਂ ਪੁੱਛਿਆ ਕੌਣ ਹੋਰ ਹੈ, ਇਹ ਕੁਐਸਚਨ ਮਾਰਕ। ਫਿਰ ਉਹ ਹੈ ਕੌਣ ਉਹ ਦੱਸੋ, ਤੇ ਤੁਸੀਂ ਉਹਨਾਂ ਦੀ ਗੱਲ ਕਿਉਂ ਮੰਨਦੇ ਹੋ? ਫਿਰ ਨਾਲ ਹੀ ਉਹਨਾਂ ਦੀ ਗੱਲ ਕਿਉਂ ਮੰਨਦੇ ਹੋ? ਜਿਹੜੇ ਲੋਕ ਤੁਹਾਨੂੰ ਪਿੱਛੋਂ ਰਹਿ ਕੇ ਚੱਕ ਦੇ ਰਹੇ ਨੇ ਉਹ ਸਟੇਟ ਦਾ ਨੁਕਸਾਨ ਕਰਾ ਰਹੇ ਨੇ। ਔਰ ਇਹ ਤੁਸੀਂ ਚਿੱਠੀ ਮੇਰੇ ਲਈ ਟ੍ਰਾਂਸਲੇਟ ਕਰ ਦਿਓ, ਇਹ ਗੱਲਾਂ ਕਹਿਣ ਦਾ ਮਤਲਬ ਕੀ ਹੁੰਦਾ? ਤੁਸੀਂ ਗਵਰਨਰ ਨੂੰ ਕੀ ਕਹਿ ਰਹੇ ਹੋ ਕਿ ਤੁਸੀਂ ਆਪਣਾ ਮਾਈਂਡ ਰੌਲਾ ਇਹੀ ਹੈ ਕਿ ਤੁਸੀਂ ਗਵਰਨਰ ਨੂੰ ਇਹਦਾ ਮਤਲਬ ਇਹ ਕਹਿ ਰਹੇ ਹੋ ਵੀ ਜਿਹੜੀ ਤੁਸੀਂ ਪੋਸਟ ਤੇ ਬੈਠੋ ਆਪਣੇ ਮਾਈਂਡ ਨਾਲ ਗੱਲ ਨਹੀਂ ਕਰ ਰਹੇ, ਕਿਸੇ ਹੋਰ ਦੇ ਮਾਈਂਡ ਨਾਲ ਗੱਲ ਕਰ। ਜਦੋਂ ਆਪਾਂ ਇਹ ਆਪਣਾ ਦਿਮਾਗ ਨਾ ਵਰਤਣ ਦੀ ਗੱਲ ਕਹਿਣੀ ਹੋਵੇ ਕਿਸੇ ਨੂੰ ਤਾਂ ਉਹਦੇ ਚੋਂ ਇਹ ਨਜ਼ਰ ਆਉਂਦਾ ਹੁੰਦਾ ਕਿ ਤੁਸੀਂ ਇਸ ਸੌਦੇ ਦੇ ਯੋਗ ਨਹੀਂ ਹੋ, ਕੰਪੀਟੈਂਟ ਨਹੀਂ ਹੋ, ਕਿਉਂਕਿ ਤੁਸੀਂ ਆਪਣਾ ਮਾਈਂਡ ਅਪਲਾਈ ਕਰਕੇ ਇਹ ਨਹੀਂ ਕਰ ਸਕਦੇ। ਪਰ ਇਹਦੇ ਨਾਲ ਦੀ ਨਾਲ ਗੱਲ ਇਹ ਜ਼ਰੂਰ ਹੈ, ਦੇਖੋ ਚੀਫ ਮਿਨਿਸਟਰ ਦੇ ਲੈਵਲ ਦੇ ਉੱਤੇ ਵੀ ਚੀਫ ਮਿਨਿਸਟਰ ਫਸ ਗਿਆ ਇਸ ਗੱਲ ਦੇ ਵਿੱਚ ਮੋਰਲੀ, ਜਦੋਂ ਗਵਰਨਰ ਨੇ ਕਿਹਾ ਕਿ ਤੁਸੀਂ ਇਹ 2 ਗੱਲਾਂ ਕਿਉਂ ਇਸ ਜਿਹਾ ਕਰ ਰਹੇ ਹੋ। ਪੋਲੀਟੀਕਲੀ ਚਾਹੇ ਉਹਨਾਂ ਨੂੰ ਲੱਗਿਆ ਕਿ ਪੰਜਾਬ ਦੇ ਇਹਦਾ ਕੋਈ ਜਵਾਬ ਨਹੀਂ ਆਇਆ, ਇਹਦਾ ਕੋਈ ਜਵਾਬ ਨਹੀਂ ਅਜੇ ਤੱਕ ਆਇਆ। ਬਾਵਜੂਦ ਇਹਦੇ ਕਿ ਤੁਸੀਂ ਫੈਡਰਲਿਜ਼ਮ ਦੇ ਤੇ ਬਾਕੀ ਇਸ਼ੂਜ਼ ਤੇ ਲੜਦੇ, ਤੁਹਾਡੇ ਕੋਲ ਪਾਵਰ ਤੁਹਾਡੇ ਕੋਲ ਹੁੰਦੀ, ਲੋਕ ਤੁਹਾਡੀ ਸਾਈਡ ਤੇ ਖੜੇ ਹੁੰਦੇ ਸਾਰੇ, ਔਰ ਇਹਨੇ ਇੱਕ ਉਲਝਣ ਪੈਦਾ ਕਰਤੀ ਇਸ ਪੱਧਰ ਦੀ। ਔਰ ਗਵਰਨਰ ਨਾਲ ਇਹ ਵੀ ਕਹਿ ਰਿਹਾ ਕਿ ਚੀਫ ਮਿਨਿਸਟਰ ਦਾ ਤਾਂ ਜੀ ਰੋਲ ਇਹ ਨਹੀਂ ਹੈ ਪੀਏਯੂ ਦੇ ਵਾਈਸ ਚਾਂਸਲਰ ਦੇ ਮਾਮਲੇ 'ਚ, ਤੁਸੀਂ ਦਿਖਾ ਦਿਓ ਕਿੱਥੇ ਹੈ, ਹੈ ਨਾ। ਤੇ ਨਾਲ ਉਹ ਟੈਕਨੀਕਲੀ ਇਹ ਕਹਿ ਰਿਹਾ ਕਿ ਜਦੋਂ 3 ਅਫਸਰਾਂ ਨੂੰ ਚਾਰਜ ਦਿੱਤਾ ਉਦੋਂ ਫਾਈਲ ਮੇਰੇ ਕੋਲ ਆਈ ਹੈ, ਐਡੀਸ਼ਨਲ ਚਾਰਜ ਦੇਣ ਲੱਗਾ, ਮੇਰੇ ਤੋਂ ਫਾਈਲ ਕਲੀਅਰ ਕਰ ਦਿਓ। ਇਹਦੇ ਨਹੀਂ ਆਈ, ਇਹ ਹੈਗੀ ਹੈ ਟੈਕਨੀਕਲ ਬਹਿਸ। ਨਹੀਂ ਚਲੋ ਇਹਨੂੰ ਤੁਸੀਂ ਕਾਨੂੰਨੀ ਬਹਿਸ ਕਰਦੇ ਰਹਿਣਗੇ, ਮੈਂ ਉਸ ਬਹਿਸ ਨਹੀਂ ਪੈਣਾ ਚਾਹ ਰਿਹਾ, ਪਰ ਜਿਹੜੀ ਕਾਨੂੰਨੀ ਬਹਿਸ ਤੋਂ ਵੀ ਜਾਂ ਤਾਂ ਤੁਸੀਂ ਲੜਦੇ ਕਾਨੂੰਨੀ ਲੜੋ, ਕਾਨੂੰਨੀ ਵੀ ਸਹੀ ਲੜੋ, ਐਜੇ ਪੰਜਾਬ ਗਵਰਨਮੈਂਟ ਲੜ ਸਕਦੀ ਹੈ, ਤਾਂ ਕੋਈ ਗੱਲ ਨਹੀਂ ਹੈ ਕਿ ਤੁਸੀਂ ਦੋਨੋਂ ਤਰ੍ਹਾਂ ਤੋਂ, ਜਾਂ ਫਿਰ ਇਹਨੂੰ ਤੁਸੀਂ ਪੋਲੀਟੀਕਲ ਇਸ਼ੂ ਬਣਾਓ ਟੋਟਲੀ। ਤੇ ਪੋਲੀਟੀਕਲ ਕਿਉਂ ਨਹੀਂ ਬਣਾਉਂਦੇ? ਤੁਸੀਂ ਕਹਿ ਰਹੇ ਹੋ ਸਿਰਫ ਸਾਡੀ ਫਾਈਲ ਕਲੀਅਰ ਕਰ ਦਿਓ, ਆਪਾਂ ਕੋਈ ਵੱਡੀ ਲੜਾਈ ਨਹੀਂ ਪਾਣੀ ਬੇਸਿਕਲੀ। ਹਾਂ ਦੇਖੋ ਇਦਾਂ ਹੈਗਾ ਖਾਲੀ ਸਾਹਿਬ, ਇੱਕ ਦੂਸਰੀ ਤੁਸੀਂ ਮੈਨੂੰ ਗੱਲ ਇਹ ਦੱਸਣੀ ਹੈ, ਉਹਨਾਂ ਨੇ ਕਿਹਾ ਹੈ ਵੀ ਡਾਕਟਰ ਗੋਸਲ ਜਿਹੜੇ ਨੇ ਇਹ ਪੀਏਯੂ ਵਾਲੇ, ਇਹ ਸਾਇੰਟਿਸਟ ਨੇ, ਬੜੀ ਇੱਜ਼ਤ ਹੈ ਇਹਨਾਂ ਦੀ, ਇਹ ਬੜੇ ਰਿਸਪੈਕਟਡ ਸਿੱਖ ਨੇ। ਇਹ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੱਲ ਨੂੰ ਇਹ ਕਿਸੇ ਬਾਰੇ ਲਿਖਣਗੇ ਜੀ ਇਹ ਫਲਾਣੇ ਨੇ, ਇਹ ਬੜੇ ਰਿਸਪੈਕਟਡ ਹਿੰਦੂ ਨੇ, ਇਹ ਫਲਾਣੇ ਅਸੀਂ ਲਾਏ ਨੇ, ਇਹ ਬੜੇ ਰਿਸਪੈਕਟਡ ਮੁਸਲਮਾਨ ਨੇ। ਇਹ ਦੇਖੋ ਇਦਾਂ ਉਹਦੇ ਵਿੱਚ 2-3 ਚੀਜ਼ਾਂ ਹੈਗੀਆਂ। ਇੱਕ ਤਾਂ ਹੈਗੀ ਹੈ ਕਿ ਬਹੁਤ ਰਿਸਪੈਕਟਡ ਸਿੱਖ ਹੈ, ਦੂਸਰੇ ਹੈਗਾ ਵੀ ਲੋਕਾਂ ਨੇ ਸਾਨੂੰ ਬਹੁਤ ਰਿਸਪੈਕਟਡ ਹਿੰਦੂ ਹੈ, ਕਦੀ ਪੜਿਆ ਬਹੁਤ ਮਤ ਨਾਲ 2-3 ਚੀਜ਼ਾਂ ਜਿਹੜੀਆਂ ਹਿੰਦੂ ਵੀ ਹੋਣਗੇ ਨਾ, ਮੁਸਲਿਮ ਵੀ ਹੋਣਗੇ, ਉਹਦੇ ਵਿੱਚ ਈਸਾਈ ਵੀ ਹੋਣਗੇ ਸਰ। ਉਹਦੇ ਵਿੱਚ 3 ਚੀਜ਼ਾਂ ਹੈਗੀਆਂ ਉਸ ਚਿੱਠੀ ਦੇ ਵਿੱਚ, ਜਿਹੜੀ ਪੰਜਾਬੀ ਦੀ ਚਿੱਠੀ ਦੀ ਮੈਂ ਗੱਲ ਕਰ ਰਿਹਾ। ਪੰਜਾਬੀ ਦੀ ਹੈ ਪਹਿਲਾ ਜਿਹੜਾ ਹੈਗਾ ਪੈਰਾ, ਉਹਦੇ ਵਿੱਚ ਸੇਮ ਹੈ, ਅੰਗਰੇਜ਼ੀ ਵਿੱਚ ਵੀ ਸੇਮ ਹੈ ਗੱਲ। ਉਹਦੇ ਜਿਹੜਾ ਪਹਿਲਾ ਪੈਰਾ ਹੈਗਾ ਉਹਦੇ ਵਿੱਚ ਉਹਨਾਂ ਨੇ ਜਿਹੜੀ ਐਡਮਿਨਿਸਟ੍ਰੇਟਿਵ ਜਿਹੜੀ ਗੁੰਝਲ ਹੈ ਉਹਨੂੰ ਐਡਰੈਸ ਕੀਤਾ, ਦੂਜੇ 'ਚ ਉਹਨਾਂ ਨੇ ਇਮੋਸ਼ਨਲ ਕੀਤਾ, ਤੀਸਰਾ ਜਿਹੜਾ ਹੈਗਾ ਪੈਰਾ ਉਹਦੇ ਵਿੱਚ ਉਹਨਾਂ ਨੇ ਪੋਲੀਟੀਕਲ ਕੀਤਾ ਵੀ ਸਾਡੇ ਕੋਲ ਪਾਵਰ ਹੈ, ਸਾਡੇ ਕੋਲ ਮੈਜੋਰਿਟੀ ਹੈ। 3 ਚੀਜ਼ਾਂ ਇਹਦੇ ਵਿੱਚ ਆ ਗਈਆਂ। ਮੈਂ ਜਿਹੜੀ ਗੱਲ ਕਹਿ ਰਿਹਾ ਸੀਗਾ, ਹਮੀਰ ਸਿੰਘ ਜੀ ਕਹਿ ਰਹੇ ਸੀਗੇ, ਗੱਲ ਇਹ ਹੈਗੀ ਹੈ ਜਿਸ ਵੇਲੇ ਗਵਰਨਰ ਤੋਂ ਚਿੱਠੀ ਆਈ ਕਿ ਜੀ ਇਹ ਗਵਰਨਰ ਵਾਈਸ ਚਾਂਸਲਰ ਨਹੀਂ ਰਹੇਗਾ, ਤਾਂ ਉਹਦਾ ਇਮੀਡੀਏਟਲੀ ਰਿਐਕਸ਼ਨ ਹੋਇਆ, ਉਹ ਪੰਜਾਬੀ ਦੀ ਚਿੱਠੀ ਆ ਗਈ। ਉਸ ਤੋਂ ਬਾਅਦ ਉਹਨਾਂ ਨੇ ਸੋਚਿਆ ਕਿ ਨਹੀਂ ਪੰਜਾਬੀ ਦੀ ਚਿੱਠੀ ਨਹੀਂ, ਨਾਲ ਅੰਗਰੇਜ਼ੀ ਦੀ, ਫਿਰ ਕੋਟ ਕਰਕੇ ਸਾਰਾ ਐਕਟ ਜਿਹੜਾ ਸੀਗਾ 1970 ਦਾ ਉਹ ਸਾਰਾ ਲਿਖਿਆ। ਇਟ ਮੀਨਸ ਕਿ ਪਹਿਲੀ ਚਿੱਠੀ ਜਿਹੜੀ ਸੀਗੀ ਉਹ ਇਮੀਡੀਏਟਲੀ ਐਜ਼ ਏ ਰਿਐਕਸ਼ਨ ਟੂ ਦਾ ਜਿਹੜੀ ਸੀਗੀ ਗਵਰਨਰ ਦੀ ਚਿੱਠੀ। ਇਹ ਸਾਰੀ ਚਿੱਠੀਆਂ ਦੀ ਜੰਗ ਵਿੱਚ ਤੁਸੀਂ ਮੈਨੂੰ ਇਹ ਦੱਸੋ, ਔਰ ਇਹਦੇ ਵਿੱਚ ਮੈਂ ਲਾਸਟਲੀ ਇਹ ਵੀ ਗੱਲ ਕਹਾਂਗਾ, ਇਹਦੇ ਵਿੱਚ ਜਿਹੜੀ ਗੁੰਝਲ ਪੈਦਾ ਹੋ ਗਈ ਹੈ ਕਿ ਸਟੇਟ ਗਵਰਨਮੈਂਟ ਆਪਣੇ ਲੀਗਲ ਪੋਜੀਸ਼ਨ ਦੇ ਉੱਪਰ ਖੜੀ ਹੈ ਔਰ ਗਵਰਨਰ ਆਪਣੇ ਲੀਗਲ ਪੋਜੀਸ਼ਨ ਦੇ ਉੱਪਰ ਖੜ ਗਿਆ। ਹੁਣ ਦੋਨਾਂ ਦਾ ਉੱਪਰ ਫੈਸਲਾ ਜਿਹੜਾ ਹੈਗਾ
ਉਹ ਇਹ ਦੇਖਣਾ ਬਾਕੀ ਹੈ ਕਿ क्या सीएम ने जिस वेले वाइस चांसलर अपॉइंट किया क्या उन्होंने लीगल ओपीनियन ने सारा लेता ਇਹ ਲੀਗਲ नंबर 1 नंबर 2 क्या गवर्नर ਜਿਹੜਾ ਹੈਗਾ ਇਹ ਬੈਸਾਂ 'ਚ ਵੀ ਆ ਜਾਣਗੇ ਤੇ ਇਹ ਸਿਆਸੀ ਜਿਨ੍ਹਾਂ ਨੇ ਕਾਨੂੰਨੀ ਘੋਂਤਰਾ ਕਰਨੇ ਨੇ ਇਹ ਲੀਗਲੀ ਇਦੋਂ ਪਹਿਲੇ ਅੱਜ ਇੱਕ ਜੱਜਮੈਂਟ ਹੈ ਕੇਰਲਾ ਦੀ ਟੈਕਨੀਕਲ ਯੂਨੀਵਰਸਿਟੀ ਦੀ ਸੁਪਰੀਮ ਕੋਰਟ ਦੀ ਜੀ ਤੇ ਉਹ ਸਟੇਟ ਗਵਰਨਮੈਂਟ ਨੇ ਐਵੇਂ ਹੀ ਕੀਤਾ ਸੀ, ਉਹ ਗਵਰਨਰ ਦੇ ਪੱਖ 'ਚ ਆ ਗਈ ਕਿ ਯੂਜੀਸੀ ਫੋਲੋ ਕਰੋਗੇ ਤੁਸੀਂ। ਨਹੀਂ ਇੱਥੇ ਯੂਜੀਸੀ ਦਾ ਮਤਲਬ ਨਹੀਂ ਇਹਦੇ 'ਚ ਮਾਮਲਾ ਨਹੀਂ, ਮੈਂ ਇਹ ਗੱਲ ਕਰ ਰਿਹਾ ਜਦੋਂ ਸੁਪਰੀਮ ਕੋਰਟ ਕਲਕੱਤਾ ਯੂਨੀਵਰਸਿਟੀ ਦੇ ਮਾਮਲੇ 'ਚ ਜਦੋਂ ਇਹਦੇ 'ਚ ਆ ਰਹੀ ਹੈ ਇਹਦੇ 'ਚੋਂ ਆਏਗਾ ਪੋਲੀਟੀਕਲ। ਮੇਰੇ ਸਾਹਮਣੇ ਸੈਟਰਡੇ ਦੀ ਇੰਡੀਅਨ ਐਕਸਪ੍ਰੈਸ ਪਈ ਹੈ, ਸਾਰੀਆਂ ਅਖਬਾਰਾਂ ਦੀ ਅੱਜ ਦੀ ਟੌਪ ਸਟੋਰੀ ਕੀ ਹੈ ਕਿ ਸੁਪਰੀਮ ਕੋਰਟ ਨੇ ਕਿਹਾ ਇਹ ਦੇਸ਼ ਦੇ ਵਿੱਚ ਜਿਹਦਾ ਮੂੰਹ ਖੁੱਲਦਾ ਹੈ ਨਫ਼ਰਤ ਭਰੇ ਸ਼ਬਦ ਬੋਲਦਾ ਹੈ, ਤੁਸੀਂ ਇੰਤਜ਼ਾਰ ਕਰਦੇ ਹੋ ਕਿ ਕੋਈ ਆ ਕੇ ਸ਼ਿਕਾਇਤ ਕਰੇਗਾ, ਐਕਸ਼ਨ ਕਿਉਂ ਨਹੀਂ ਲੈਂਦੇ ਇਮੀਡੀਏਟਲੀ? ਸਾਰਾ ਦੇਸ਼ ਇਸ ਨਫ਼ਰਤੀ ਬਿਆਨੀਏ ਦੀ ਗੱਲ ਕਰ ਰਿਹਾ। ਇਹਦੇ ਤੇ ਮੈਨੂੰ ਕਦੀ ਕੋਈ ਪੰਜਾਬ ਦੀ ਸੱਤਾਧਾਰੀ ਪਾਰਟੀ ਦੀ ਕੋਈ ਆਵਾਜ਼ ਹੀ ਨਹੀਂ ਸੁਣਾਈ ਦਿੰਦੀ। ਜੇ ਕਿਸੇ ਨੇ ਪੁੱਛ ਲਿਆ ਕਿ ਬਿਲਕਿਸ ਬਾਨੋ ਤੇ ਕੁਝ ਕਹੋ, ਕਸ਼ਮੀਰ ਤੇ ਕੁਝ ਕਹੋ, ਕੇਵਲ ਸੱਤਾਧਾਰੀ ਦੀ ਨਹੀਂ, ਸਿਰਫ ਪੰਜਾਬ ਦੀ ਕਿਹੜੀ ਪਾਰਟੀ ਦੀ ਨਹੀਂ ਬੋਲ ਰਹੀ? ਇਹ ਇਸ਼ੂ ਕਿੱਥੇ ਆ? ਇਸ਼ੂ ਬਹੁਤ ਹੈ। ਇਹਨਾਂ ਨੇ ਲਿਖਿਆ ਹੈ ਆਈ ਔਨ ਪੋਲ ਬਾਉਂਡ ਸਟੇਟਸ, ਚੋਣਾਂ ਹੋਣ ਵਾਲੀਆਂ ਨੇ ਕੁਝ ਰਾਜਾਂ 'ਚ, ਉਧਰ ਨੂੰ ਸਾਰਾ ਧਿਆਨ ਹੈ। ਇਸ ਕਰਕੇ ਪੰਜਾਬ ਸਰਕਾਰ ਨੇ ਪੁਰਾਣੀ ਪੈਨਸ਼ਨ ਸਕੀਮ ਦਾ ਫੈਸਲਾ ਲੈ ਲਿਆ। ਸੋ ਸਾਰਾ ਧਿਆਨ ਜਿਹੜਾ ਹੈ ਇਸ ਪਾਸੇ ਹੈ। ਆ ਫੈਡਰਲਿਜ਼ਮ ਦੇ ਮੁੱਦੇ 'ਤੇ ਧਿਆਨ ਹੋਵੇ ਤਾਂ ਲੜਾਈ ਹੋਵੇ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਦਾ ਜਿਹੜੀ ਹੇਟ ਸਪੀਚ ਦੀ ਗੱਲ ਤੁਸੀਂ ਕਰਦੇ ਹੋ, ਅਗਰ ਹੇਟ ਸਪੀਚ ਨੂੰ ਪ੍ਰਮੋਟ ਕਰਨਾ ਹੋਵੇ ਤਾਂ ਪਾਰਟੀਆਂ ਹੀ ਨਹੀਂ ਆਪਣੇ ਵੋਟ ਬੈਂਕ ਵਾਸਤੇ ਕਰਦੀਆਂ, ਬਲਕਿ ਮੀਡੀਆ ਵੀ ਕਰਦਾ ਹੈ। ਔਰ ਮੀਡੀਆ ਜਿਹੜਾ ਹੈਗਾ ਹੋਰ ਕਰਦੇ ਕਿਤੇ ਥਰੂ ਮੀਡੀਆ ਜਿਹੜਾ ਹੈਗਾ ਉਹ ਉਹਨੂੰ ਇਸਤੇਮਾਲ ਕੀਤਾ ਜਾਂਦਾ ਜਾਂ ਮੀਡੀਆ ਨੂੰ ਵਰਤਿਆ ਜਾਂਦਾ। ਲੇਕਿਨ ਇਹਦੇ ਉੱਪਰ ਤੁਸੀਂ ਅੱਜ ਸ਼ਾਮ ਨੂੰ ਜੇ ਅੱਜ ਆਇਆ ਅਖਬਾਰ ਦੇ ਵਿੱਚ, ਅੱਜ ਸ਼ਾਮ ਨੂੰ ਦੇਖ ਲਿਓ ਨੈਸ਼ਨਲ ਮੀਡੀਆ ਦੇ ਵਿੱਚ ਕਿੰਨੀ ਕੁ ਬਹਿਸ ਹੋਗੀ, ਕੋਈ ਨਹੀਂ ਬੋਲੇਗਾ, ਕੋਈ ਇਹਦੇ ਤੇ ਗੱਲ ਨਹੀਂ ਕਰੇਗਾ, ਕੋਈ ਇਸ ਇਸ਼ੂ। ਪੰਜਾਬ ਦੇ ਵਿੱਚ ਵੀ ਗੱਲ ਇਹਦੇ ਤੇ ਹੋਣੀ ਆ। ਆ ਦੇਖੋ ਫੁੱਲ ਪੇਜ ਦੀ ਖਬਰ ਤਾਂ ਇਹ ਆ ਹੈ ਫੁੱਲ ਪੇਜ ਦੀ ਖਬਰ। ਬਿਲਕੁਲ ਨੈਸ਼ਨਲ ਨਾਲੋਂ ਗੱਲ ਤੇ ਇਹ ਵੋਟ ਇਹਦੇ ਨਾਲ ਵੋਟਾਂ ਲੈਂਗੁਏਜ ਹੈ। ਇਹ ਕਿਹਦੀ ਲੈਂਗੁਏਜ ਹੈ? 7 ਮਹੀਨੇ ਬਨਾਮ 70 ਸਾਲ ਤੇ ਉਹ ਕਹਿੰਦੇ ਨੇ ਜੀ 10 ਸਾਲ ਬਨਾਮ 70 ਸਾਲ ਕਾਂਗਰਸ ਕੇ। ਇਹ ਤਾਂ ਬਿਆਨੀ ਇੱਕੋ ਜਿਹੇ ਨੇ। ਉਹ ਤਾਂ ਇੱਕੋ ਸੇਮ ਹੈ। ਨਹੀਂ ਜਿਹੜਾ ਅਸਲ ਦੇ ਵਿੱਚ ਪੰਜਾਬ ਤੋਂ ਜ਼ਿਆਦਾ ਉਮੀਦ ਕੀਤੀ ਜਾਂਦੀ ਹੈ ਉਹ ਇਸ ਕਰਕੇ ਕੀਤੀ ਜਾਂਦੀ ਹੈ ਕਿ ਇੱਕ ਤਾਂ ਇੱਥੇ ਮਿਨੋਰਟੀ ਕਾਫੀ ਵੱਡੀ ਗਿਣਤੀ 'ਚ ਹੈ ਔਰ ਪਾਵਰ 'ਚ ਵੀ ਬੜੀ ਬਾਹਰ ਆਈ ਹੈ ਉਸ ਲੈਵਲ ਤੇ, ਔਰ ਇੱਕ ਹਿਸਟਰੀ ਹੈ ਇਹਨਾਂ ਦੀ, ਔਰ ਇੱਕ ਹਿਸਟਰੀ ਹੈ ਕਿ ਤੁਸੀਂ ਉਹਨਾਂ ਗੱਲਾਂ ਤੇ ਬੋਲੋਗੇ। ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦੀ ਹਿਸਟਰੀ ਹੈ, ਕਿਸੇ ਨਾਲ ਵੀ ਜਾਤੀ ਹੁੰਦੀ ਹੈ ਤੇ ਉਹ ਜਾ ਕੇ ਮਤਲਬ ਹਾਈਐਸਟ ਬਲਿਦਾਨ ਦਿੰਦੇ ਨੇ ਉਸ ਮਾਮਲੇ ਦੇ ਉੱਤੇ। ਜੇ ਉਸ ਧਰਤੀ ਤੋਂ ਜ਼ਿਆਦਾ ਉਮੀਦ ਰੱਖੀ ਜਾਂਦੀ ਹੈ, ਕੋਈ ਗਲਤ ਨਹੀਂ ਹੋ ਰਿਹਾ। ਜੇ ਉਹ ਸਾਰੇ ਸਾਇਲੈਂਟ ਨੇ, ਸਾਰੇ ਚੁੱਪ ਨੇ ਇਹਦੇ ਤੇ, ਤਾਂ ਇੱਥੇ ਸਵਾਲ ਹੋਣਗੇ। ਵੈਰੀ ਪ੍ਰੋਬਲਮੈਟਿਕ। ਤਤੀਆਂ ਤਵੀਆਂ ਤੇ ਬੈਠਣ ਵਾਲਿਆਂ ਦੇ ਬੱਚੇ ਚਾਂਦਨੀ ਚੌਕ ਸੀਸ ਕਟਾ ਲੈਣ ਵਾਲੇ ਦੇ ਬੱਚੇ ਚੁੱਪ ਰਹਿਣ। ਪੰਜਾਬ ਦਾ ਦੇਸ਼ ਦੇ ਵਿੱਚ ਹੋ ਰਿਹਾ ਹੋਵੇ। ਪੰਜਾਬ ਦਾ ਇਤਿਹਾਸ ਰੈਜ਼ਿਸਟੈਂਸ ਨਾਲ ਭਰਿਆ ਹੋਇਆ, ਚਾਹੇ ਅੰਗਰੇਜ਼ਾਂ ਦੀ ਰੈਜ਼ਿਸਟੈਂਸ ਹੋਵੇ ਚਾਹੇ ਉਸ ਤੋਂ ਪਹਿਲਾਂ ਦੀ ਰੈਜ਼ਿਸਟੈਂਸ ਹੋਵੇ। ਉਹ ਚੀਜ਼ ਅਗਰ ਮਿਸਿੰਗ ਹੈ, ਇਹਦਾ ਮਤਲਬ ਹੈ ਗਵਰਨਰ ਵਾਲਾ ਜਿਹੜਾ ਮੁੱਦਾ ਨਾ, ਇਟ ਵਾਸ ਦਾ ਰਾਈਟ, ਐਬਸੋਲੂਟਲੀ ਦਾ ਰਾਈਟ ਇਸ਼ੂ ਜਿਹਦੇ ਉੱਤੇ ਇਹਨਾਂ ਦੇ ਸਾਰੇ ਮੁੱਦੇ ਖੜੇ ਹੁੰਦੇ ਨੇ। ਜਿਹੜੇ ਸਟੇਟ ਦੀ ਫਾਈਨੈਂਸ਼ੀਅਲੀ ਬੈਂਕਰਪਟ ਹੋਣ ਦੀ ਗੱਲ ਹੈ, ਜਿਹੜਾ ਕੇਂਦਰ ਦੇ ਕਰਜ਼ੇ ਦੀ ਗੱਲ ਹੈ, ਜਿਹੜਾ ਪੰਜਾਬ ਦੇ ਪਾਣੀਆਂ ਦੀ ਗੱਲ ਹੈ, ਜਿਹੜਾ ਚੰਡੀਗੜ੍ਹ ਨੂੰ ਲੈ ਕੇ ਇਸ਼ੂ ਹੈ ਉਹਦੀ ਗੱਲ ਹੈ, ਜਿਹਦੀਆਂ ਤੁਸੀਂ ਰੋਜ਼ ਮੀਟਿੰਗਾਂ ਕਰਦੇ ਫਿਰਦੇ ਹੋ। ਇਹ ਮੁੱਦਾ ਨਾ ਕੇਵਲ ਕੱਲੇ ਪੰਜਾਬ ਦਾ, ਪੂਰੇ ਦੇਸ਼ ਦਾ ਵੀ ਮੁੱਦਾ ਹੈ। ਔਰ ਜੇ ਸੈਂਟਰਲਾਈਜੇਸ਼ਨ ਦੇ ਖਿਲਾਫ, ਜੇ ਮੈਜੋਰਿਟੇਰੀਅਨ ਦੇ ਖਿਲਾਫ ਕੋਈ ਇਸ਼ੂ ਬਣ ਸਕਦਾ ਹੈ ਜਿਹੜਾ ਸਭ ਨੂੰ ਇਕੱਠੇ ਕਰਕੇ ਵੱਡੇ ਇਸ਼ੂ ਇਹਦੇ ਉੱਪਰ ਸਾਰਿਆਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਸੀਗਾ। ਬਿਲਕੁਲ। ਇਨਫੈਕਟ ਮੈਂ ਤੁਹਾਨੂੰ ਦੱਸਦਾ, ਉਹ ਕੋਈ ਬੋਲ ਹੀ ਨਹੀਂ ਰਿਹਾ, ਸਰਕਾਰ ਹੀ ਨਹੀਂ ਬੋਲ ਰਹੀ। ਪੋਲਿਟਿਕਸ ਜਿਨ੍ਹਾਂ ਦੀ ਸੰਗੀ ਘੁੱਟ ਰਹੇ ਨੇ ਉਹ ਨਹੀਂ ਬੋਲ ਰਹੇ। ਪੋਲਿਟਿਕਸ ਅਸੀਂ ਕਰਦੇ ਰਹਾਂਗੇ। ਤੁਸੀਂ ਗਵਰਨਰ ਦੇ ਰੋਂਗ ਮੂਵ ਨੂੰ ਅਗਰ ਤੁਸੀਂ ਚੁੱਪ ਕਰਦੇ ਹੋ ਜਾਂ ਉਹਨੂੰ ਸਪੋਰਟ ਕਰਦੇ ਹੋ ਤਾਂ ਇਹਦਾ ਮਤਲਬ ਹੈ ਤੁਸੀਂ ਅਦਰਵਾਈਜ਼ ਜਿਹੜੀ ਸੈਂਟਰਲਾਈਜੇਸ਼ਨ ਦੀ ਰੌਲਾ ਪੈਂਦੇ ਹੋ ਉਹ ਸਾਰਾ ਡਿਫਾਂਗ ਹੈ। ਇਨਫੈਕਟ ਤੁਸੀਂ ਉਹਨੂੰ ਪ੍ਰਮੋਟ ਕਰ ਰਹੇ ਹੋ। ਪ੍ਰਮੋਟ ਹੀ ਕਰ ਰਹੇ। ਜੇ ਤੁਸੀਂ ਗਵਰਨਰ ਇਸ ਤਰ੍ਹਾਂ ਵੱਧਦੇ ਜਾਣਗੇ ਤੇ ਫਿਰ ਉਹ ਐਂਟੀ ਰਾਮਾ ਰਾਓ ਇਲਾਜ ਕਰਾਉਣ ਗਏ, ਉਹਨਾਂ ਦਾ ਹਾਰਟ ਸਰਜਰੀ ਹੋ ਰਹੀ ਸੀ, ਗਵਰਨਰ ਨੂੰ ਜਾਪਿਆ ਵੀ ਉਹ ਤੇ ਮੰਜੇ ਤੇ ਹੈ ਤੇ ਦਿਲ ਖੁੱਲਿਆ ਹੋਇਆ ਤੇ ਕੁਝ ਕਰ ਦਿੱਤਾ ਜਾਵੇ, ਤੇ ਉਹਨਾਂ ਨੇ ਉਹਦਾ ਮੰਤਰੀ ਇੱਕ ਚੱਕਿਆ ਤੇ ਉਹਨੂੰ ਚੱਕ ਕੇ ਚੀਫ ਮਿਨਿਸਟਰ ਲਾ ਛੱਡਿਆ। ਤੇ ਐਂਟੀ ਰਾਮਾ ਰਾਓ ਜੀ ਵਿਚਾਰੇ ਬਾਹਰ ਬੈਠੇ ਬੈਠੇ ਮੰਜੇ ਦੇ ਉੱਤੇ ਜਿੱਦਾਂ ਕੈਂਚੀ ਚੱਲ ਰਹੀ ਹੋਵੇ, ਦਿਲ ਖੁੱਲਾ ਪਿਆ ਹੋਵੇ ਤੇ ਗਵਰਨਰਾਂ ਦੇ ਬਾਰੇ ਤਾਂ ਬਹੁਤ ਕਿੱਸੇ ਹੈ, ਆਪਾਂ ਕਿੰਨਾ ਮਰਜ਼ੀ ਸੁਣਾਈ ਚੱਲੀਏ। ਚਾਹੇ ਉਹ ਕੇਰਲਾ ਦਾ ਗਵਰਨਰ ਹੋਵੇ, ਚਾਹੇ ਬਿਹਾਰ ਦੇ ਗਵਰਨਰ ਹੋਣ, ਯੂਪੀ ਦੇ ਦੇਖ ਲਓ ਕਿੰਨੇ ਯੂਪੀ ਵਾਲੇ ਤਾਂ ਕਮਾਲ ਹੀ ਨੇ। ਰਮੇਸ਼ ਭੰਡਾਰੀ ਔਰ ਇੰਨੇ ਜਗਦੰਬਿਕਾ ਪਾਲ ਨੂੰ ਇੱਕ ਵਾਰੀ ਬਣਾ ਦਿੱਤਾ ਸੀ ਚੀਫ ਮਿਨਿਸਟਰ, ਉਹ 8 ਘੰਟੇ ਵਿਚਾਰੇ ਰਹਿ ਗਏ ਸੀਗੇ, 8-10 ਘੰਟੇ ਰਹੇ ਸੀਗੇ, ਫਿਰ ਦੁਬਾਰਾ ਲਾਣੇ ਪਏ। ਮਹਾਰਾਸ਼ਟਰ ਵਾਲਾ ਔਰ ਗਵਰਨਰਾਂ ਦੀਆਂ ਇੰਨੀਆਂ ਹਾਸੋਹੀਣੀਆਂ ਕਹਾਣੀਆਂ ਨਾ ਕਿ ਤੁਸੀਂ ਸੁਣਦੇ ਨਹੀਂ ਥਕੋਗੇ। ਅਸੀਂ ਸਾਰਾ ਦਿਨ ਸੁਣਾਈ ਚੱਲੀਏ ਇੰਨੀਆਂ ਗਵਰਨਰਾਂ ਦੇ ਬਾਰੇ। ਰਾਤੀ 12 ਵਜੇ ਗਵਰਨਰ ਸਾਹਿਬ ਨੂੰ ਲੱਗਾ ਵੀ ਪ੍ਰੈਜ਼ੀਡੈਂਟ ਰੂਲ ਖਤਮ ਕਰ ਦਿੱਤਾ ਜਾਵੇ, ਤੇ ਸਵੇਰੇ 3-4 ਵਜੇ ਬੁਲਾ ਕੇ ਦੇਵੇਂਦਰ ਫਡਵਾਨਿਸ ਨੂੰ ਉਹਨਾਂ ਨੇ ਕਿਹਾ ਵੀ ਇਹਨੂੰ ਚੀਫ ਮਿਨਿਸਟਰ ਬਣਾ ਦਿੱਤਾ ਜਾਵੇ। ਤੇ ਉਹ ਕੀ ਨਾ ਉਹਨਾਂ ਦਾ ਸ਼ਰਦ ਪਵਾਰ ਦੇ ਅਜੀਤ ਪਵਾਰ ਨੂੰ ਬੁਲਾ ਕੇ ਡਿਪਟੀ ਬਣਾ ਦਿੱਤਾ।
ਉਹ ਵੀ ਮੇਰੇ ਖਿਆਲ ਰਹਿ ਹੀ ਗਏ ਸੀ ਦਿਨ, ਇੱਕ ਦਿਨ 2 ਦਿਨ 3 ਦਿਨ ਤਾਂ ਸਰਕਾਰ ਕੱਟ ਹੀ ਗਈ ਸੀ। ਕਹਿ ਰਿਹਾ ਨਾ 48 ਘੰਟੇ 48 ਘੰਟੇ ਉਹ ਕੱਟੀ ਤੇ ਫਿਰ ਉਧਰ ਠਾਕਰੇ ਦੀ ਗੱਲ ਇਹ ਹੁੰਦੀ ਹੈ ਕਿ ਕਈ ਵਾਰ ਕੋਈ ਟ੍ਰਿਗਰ ਹੋਣਾ ਹੁੰਦਾ ਇਸ਼ੂ, ਇਹੀ ਇਸ਼ੂ ਜੇ ਫੈਡਰਲਿਜ਼ਮ ਦਾ ਟ੍ਰਿਗਰ ਕਰਕੇ ਮਤਲਬ ਉਸ ਲੈਵਲ ਤੇ ਕਰਦੇ ਇਹ ਨੈਸ਼ਨਲ ਲੈਵਲ ਦਾ ਇਸ਼ੂ ਬਣ ਸਕਦਾ ਹੈ, ਬਹੁਤ ਵੱਡਾ ਇਸ਼ੂ ਹੈ ਇਹ ਨੈਸ਼ਨਲ ਲੈਵਲ ਦਾ ਇਸ਼ੂ ਔਰ ਆਲ ਪਾਰਟੀ ਮੀਟਿੰਗ ਸੱਦੀ ਜਾ ਸਕਦੀ ਹੈ ਪੰਜਾਬ ਦੀ ਔਰ ਉਹਦੇ ਤੇ ਰਾਏ ਕਰਕੇ ਗਵਰਨਰ ਵਰਕਿੰਗ ਦਿਸ ਵੇ, ਜਿਸ ਤਰੀਕੇ ਨਾਲ ਗਵਰਨਰ ਇਹ ਕੰਮ ਕਰ ਰਹੇ ਨੇ ਜਾਂ ਜਿਸ ਤਰੀਕੇ ਨਾਲ ਜਿਹੜੀ ਆਪਾਂ ਐਗਜ਼ਾਮਪਲਸ ਕੋਟ ਕਰ ਰਹੇ ਹਾਂ, ਚਾਹੇ ਬੂਟਾ ਸਿੰਘ ਹੋਣ, ਚਾਹੇ ਰਮੇਸ਼ ਭੰਡਾਰੀ ਹੋਣ, ਚਾਹੇ ਉਹ ਰਾਮ ਲਾਲ ਸੀਗੇ ਉੱਥੇ ਜਾ ਕੇ ਕੋਈ ਵੀ ਹੋਣ, ਇਹਦਾ ਮਤਲਬ ਇਹ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਅਸਲ ਵਿੱਚ ਅਮਿਤ ਸ਼ਾਹ ਜੀ ਨੇ। ਇਹਦਾ ਤਾਂ ਮਤਲਬ ਇਹੀ ਨਿਕਲਦਾ ਨਾ, ਉਹੀ ਹੈ ਮਤਲਬ ਹੁਣ ਮੈਂ ਤੇ ਆਪਣੀ ਸਾਰੀ ਜਿਹੜੀ ਬਹਿਸ ਹੈ ਜਿਹੜੀ ਅੰਗਰੇਜ਼ੀ ਵਾਲੀ ਉਹਨੂੰ ਫਿਰ ਪੰਜਾਬੀ ਵਿੱਚ ਟ੍ਰਾਂਸਲੇਟ ਕਰ ਦਿੱਤਾ। ਇੱਥੋਂ ਅੱਗੇ ਲੰਘ ਕੇ ਅਜੇ ਇੱਕ ਉਹ ਅਮਿਤ ਸ਼ਾਹ ਜੀ ਦੇ ਮੁੱਖ ਮੰਤਰੀ ਵਾਲਾ ਗਾਹਾਂ ਜੰਮੂ ਕਸ਼ਮੀਰ ਚ ਤਾਂ ਉਹ ਹੈਗੇ ਹੀ ਨੇ, ਉਹ ਤਾਂ ਹੈਗੇ ਹੀ। ਸਿਮਰਜੀਤ ਮਾਨ ਨੂੰ ਜਾਣ ਨਹੀਂ ਦਿੱਤਾ, 3 ਦਿਨ ਰਾਤ ਧਰਨੇ ਲਾ ਕੇ ਉਹ ਕਹਿੰਦੇ ਸੀ ਨਹੀਂ ਜਾਣ ਦਿੰਦੇ, ਵਾਪਸ ਉੱਥੋਂ ਆਏ। ਤੁਸੀਂ ਚਾਹੇ ਐਮਪੀ ਹੋ, ਐਮਪੀ ਹੈ, ਚਾਹੇ ਤੁਸੀਂ ਐਮਪੀ ਹੋ, ਉਹ ਤਾਂ ਸੂਬਾ ਹੀ ਹੋਇਆ ਜਿਹੜਾ ਗਵਰਨਰ ਦੇ ਰਾਜ ਚੱਲਦਾ, ਚਾਹੇ ਇੱਥੇ ਡੈਮੋਕ੍ਰੇਸੀ ਹੈ, ਚਾਹੇ ਤੁਸੀਂ ਐਮਪੀ ਹੋ, ਚਾਹੇ ਅਸੀਂ ਫੈਡਰਲ ਸਟਰਕਚਰ ਨੂੰ ਮਜ਼ਬੂਤ ਕਰਨ ਦੀ ਗੱਲ ਕਰ ਰਹੇ ਹਾਂ। ਅਸਲ ਗੱਲ ਇਹ ਹੈ ਕਿ ਤੁਹਾਨੂੰ ਆਪਣੇ ਕੰਟਰੀ ਦੇ ਵਿੱਚ ਹੀ ਤੁਹਾਨੂੰ ਨਹੀਂ ਜਾਣ ਦੇਣਾ, ਤੁਸੀਂ ਗੱਲ ਕਰਦੇ ਹੋ ਹੋਰ ਕੰਟਰੀ ਦੇ ਉੱਤੇ ਹੋ ਗਿਆ ਇੱਥੇ। ਦੈਟ ਇਜ਼ ਬਿਕਾਜ਼ ਅਸੀਂ ਕਸ਼ਮੀਰ ਨੂੰ ਉਸੇ ਤਰੀਕੇ ਨਾਲ ਟ੍ਰੀਟ ਕਰ ਰਹੇ ਹਾਂ ਤੇ ਉਹਨੂੰ ਟ੍ਰੀਟ ਕਰਨ ਦਾ ਇੱਕ ਤਰੀਕਾ ਗਵਰਨਰ ਐਜ ਏ ਹਿਊਮਨ ਰਾਈਟਸ ਐਜ ਏ ਹਿਊਮਨ ਰਾਈਟਸ ਇਹ ਤੇ ਵੀ ਇੱਕ ਵੀ ਪਾਰਟੀ ਨਹੀਂ ਉਹਦੇ ਸਪੋਰਟ ਚ ਬੋਲੀ ਨਾ, ਕਿਉਂ ਨਹੀਂ ਜਾਣਦੇ, ਇੱਥੇ ਵੀ ਕੋਈ ਨਹੀਂ ਰੌਲਾ ਇਹ ਵੀ ਤਾਂ ਗੱਲ ਹੈ। ਐਕਚੁਅਲੀ ਜਿਹੜਾ ਰਾਜ ਭਵਨ ਤੇ ਸਰਕਾਰ ਦੇ ਵਿੱਚ ਇਹ ਠੂਠਾ ਚੱਲ ਰਹੀ ਹੈ, ਇਹ ਤਮਾਸ਼ਾ ਨਹੀਂ ਹੈ, ਇਹ ਕੋਈ ਮਜ਼ੇਦਾਰ ਟੀਵੀ ਡਿਬੇਟਾਂ ਦਾ ਮੁੱਦਾ ਨਹੀਂ ਹੈਗਾ। ਇਹ ਤੈਅ ਹੋ ਰਿਹਾ ਹੈ ਕਿ ਦੇਸ਼ ਕਿਸ ਤਰ੍ਹਾਂ ਚੱਲੇਗਾ ਤੇ ਤੁਹਾਡੇ ਤੇ ਅਸਲ ਵਿੱਚ ਰਾਜ ਕੌਣ ਕਰ ਰਿਹਾ ਹੈ, ਤੁਸੀਂ ਵੋਟਾਂ ਕਿਸ ਨੂੰ ਪਾ ਰਹੇ ਹੋ, ਉਹ ਕੇਂਦਰ ਨਾਲ ਜਾਂ ਡੈਮੋਕ੍ਰੇਸੀ ਦੇ ਬਾਕੀ ਦੇ ਇੰਸਟੀਟਿਊਸ਼ਨਸ ਨਾਲ ਆਪਣਾ ਰਿਸ਼ਤਾ ਕਿਹੋ ਜਿਹਾ ਬਣਾ ਰਹੇ ਨੇ, ਕਾਨੂੰਨਾਂ ਦੇ ਵਿੱਚ ਕਿਸ ਕਿਸਮ ਦੀਆਂ ਸੋਧਾਂ ਕਰਨ ਦੀ ਲੋੜ ਹੈ ਤੇ ਸਾਡੀਆਂ ਜ਼ਿੰਦਗੀਆਂ ਦੇ ਉੱਤੇ, ਸਾਡੀ ਦਿਨਚਰਿਆ ਦੇ ਉੱਤੇ ਕੌਣ ਅਸਲ ਵਿੱਚ ਪ੍ਰਭਾਵੀ ਹੋਵੇਗਾ, ਕੌਣ ਸਾਡੇ ਤੇ ਰਾਜ ਕਰੇਗਾ, ਇਹਦਾ ਫੈਸਲਾ ਗਵਰਨਰ ਤੇ ਸਰਕਾਰਾਂ ਵਿਚਲੇ ਰਿਸ਼ਤਿਆਂ ਨਾਲ ਹੋ ਰਿਹਾ ਹੈ। ਵਰਨਾ ਦਿੱਲੀ ਦੇ ਵਿੱਚ ਬੱਸਾਂ ਕਿਹੜੀਆਂ ਖਰੀਦਣੀਆਂ ਨੇ ਕਿਹੜੀਆਂ ਨਹੀਂ ਖਰੀਦਣੀਆਂ, ਇਹ ਫੈਸਲੇ ਸਰਕਾਰ ਨਹੀਂ ਗਵਰਨਰ ਸਾਹਿਬ ਲੈ ਰਹੇ ਨੇ ਤੇ ਇੱਥੇ ਯੂਨੀਵਰਸਿਟੀਆਂ ਦੇ ਵਾਈਸ ਚਾਂਸਲਰ ਲੱਗਣਗੇ ਕਿ ਨਹੀਂ ਲੱਗਣਗੇ, ਲੱਗੇਗਾ ਤਾਂ ਕੌਣ ਲੱਗੇਗਾ, ਇਹ ਫੈਸਲੇ ਗਵਰਨਰ ਸਾਹਿਬ ਲੈ ਰਹੇ ਨੇ। ਹੁਣ ਤਾਂ ਗਵਰਨਰ ਸਾਹਿਬ ਇਹ ਵੀ ਫੈਸਲਾ ਲੈ ਰਹੇ ਨੇ ਵੀ ਤੁਹਾਨੂੰ ਕਿੱਥੇ ਬਹਿ ਕੇ ਕਿਹਦੇ ਨਾਲ ਚਾਹ ਪੀਣੀ ਚਾਹੀਦੀ ਹੈ, ਨਹੀਂ ਪੀਣੀ ਚਾਹੀਦੀ ਹੈ, ਤੇ ਬਾਰਡਰ ਏਰੀਏ ਦੇ ਕੋਲ ਕਿਤੇ ਕੋਈ ਨਸ਼ੇ ਨਾ ਕਰਦਾ ਹੋਵੇ ਉਹ ਆਪ ਹੀ ਵੇਖਣ ਜਾਂਦੇ ਨੇ। ਇਹ ਕੰਮ ਅਸਲ ਵਿੱਚ ਸਰਕਾਰਾਂ ਦੇ ਸੀ। ਦੀਵਾਲੀ ਬਣਾਓ ਤੇ ਇਹਨਾਂ ਗੱਲਾਂ ਤੇ ਵਿਚਾਰ ਕਰੋ, ਇਹ ਠੂਠਾ ਤੋਂ ਵਡੇਰੇ ਮਸਲੇ ਨੇ, ਤੁਹਾਡੇ ਬੱਚਿਆਂ ਦੀ ਜ਼ਿੰਦਗੀ ਉਹਨਾਂ ਦਾ ਭਵਿੱਖ ਤੈਅ ਕਰ ਰਹੇ ਨੇ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਰੱਬ ਰਾਖਾ।